ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਅੱਜ ਦੇ ਇਸ ਐਪੀਸੋਡ ਵਿੱਚ ਕੁਝ ਸਥਾਨਕ, ਕੁਝ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ ਤੇ ਗੱਲਬਾਤ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਸਾਡੀ ਟੀਮ ਦੇ ਅਹਿਮ ਮੈਂਬਰ ਸਰਦਾਰ ਗੁਰਿੰਦਰ ਸਿੰਘ ਜੀ। ਆਓ ਇਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ ਜੀ। ਭਾਜੀ ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤੇ ਭਾਜੀ, ਅਲਬਰਟਾ ਦੇ ਵਿੱਚ ਜੀ ਸਾਰੀ ਰੀਓਪਨਿੰਗ ਹੋ ਚੁੱਕੀ ਹੈ ਬਿਲਕੁਲ। ਜੁਲਾਈ 1 ਤੋਂ ਲੈ ਕੇ, ਤੇ ਮਾਹੌਲ ਕਾਫੀ ਖੁਸ਼ਗਵਾਰ ਹੋਇਆ ਪਿਆ। ਮੌਸਮ ਵੀ ਅੱਛਾ ਵਾ, ਨੋ ਡਾਊਟ। ਕੁਝ ਕੁ ਦਿਨ ਸਾਨੂੰ ਧੂਏ ਵਾਲੇ ਦੇਖਣੇ ਪਏ ਨੇ ਕਿਉਂਕਿ BC ਦੇ ਵਿੱਚ ਜਿਹੜੀਆਂ ਵਾਈਲਡ ਫਾਇਰ ਲੱਗੀਆਂ ਸੀਗੀਆਂ। ਹੁਣ ਕਾਫੀ ਸੁਹਾਵਣਾ ਮੌਸਮ ਹੋ ਗਿਆ। ਕਿਵੇਂ ਫੀਲ ਹੋ ਰਿਹਾ ਤੁਹਾਨੂੰ ਅਲਬਰਟਾ ਦਾ ਇਹ ਨਵਾਂ ਮੌਸਮ ਔਰ ਬੈਕ ਟੂ ਨਾਰਮਲ ਲਾਈਫ ਦੇਖ ਕੇ? ਬਿਲਕੁਲ ਜੀ, ਬਿਨਾਂ ਸ਼ੱਕ ਕੋਵਿਡ ਤੋਂ ਨਾ ਸਿਰਫ ਅਲਬਰਟਾ, ਮੈਨੂੰ ਲੱਗਦਾ ਸਾਰੀ ਦੁਨੀਆ ਨੇ ਕੁਝ ਨਾ ਕੁਝ ਰਾਹਤ ਮਹਿਸੂਸ ਜਿਹੜੀ ਆ ਉਹ ਜ਼ਰੂਰ ਕੀਤੀ ਹੈ ਜੀ। ਔਰ ਖਾਸ ਕਰਕੇ ਅਗਰ ਅਲਬਰਟਾ ਦੀ ਵੀ ਨਾ ਆਪਾਂ ਗੱਲ ਕਰੀਏ, ਪਹਿਲਾਂ ਕੈਨੇਡਾ ਦੀ ਗੱਲ ਕਰੀਏ। ਅੱਜ ਸਵੇਰੇ ਮੈਂ ਸੁਣ ਰਿਹਾ ਸੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣੀ ਆਪਣੇ ਆਪ ਨੂੰ ਸ਼ਾਬਾਸ਼ ਦੇ ਰਹੇ ਸਨ। ਵੈਸੇ ਬਣਦੀ ਵੀ ਉਹ ਕਹਿੰਦੇ ਨੇ ਕਿ 66% ਲੋਕ ਜਿਹੜੇ ਨੇ ਉਹ ਵੈਕਸੀਨੇਟ ਹੋ ਚੁੱਕੇ ਨੇ, ਫੁੱਲੀ ਵੈਕਸੀਨੇਟ ਹੋ ਚੁੱਕੇ ਨੇ। ਔਰ ਉਹ ਕਹਿੰਦੇ ਨੇ ਕਿ ਸਾਡੇ ਕੋਲ ਹੁਣ ਇੰਨੀ ਵੈਕਸੀਨ ਹੈ, ਬਲਕਿ ਉਹ ਤੋਂ ਵੱਧ ਹੈ, ਕਿ ਕੈਨੇਡਾ ਦੀ ਸਾਰੀ ਪਾਪੂਲੇਸ਼ਨ ਜਿਹੜੀ ਹੈ ਉਹ ਫੁੱਲੀ ਵੈਕਸੀਨੇਟ ਹੋ ਸਕਦੀ ਹੈ ਜੀ। ਸੋ ਇਹ ਮੈਂ ਕਹਿੰਦਾ ਸਮੁੱਚੇ ਕੈਨੇਡਾ ਲਈ ਜਿਹੜੀ ਇਹ ਚੰਗੀ ਗੱਲ ਹੈ। ਅਲਬਰਟਾ ਦੀ ਗੱਲ ਕਰਦੇ ਹੋਏ ਆਪਾਂ ਨੂੰ ਪਤਾ ਹੈ ਜੀ ਕਿ ਅਲਬਰਟਾ ਇਸ ਪਾਸੇ ਬੜਾ ਮੋਹਰੀ ਰਿਹਾ ਹੈ। ਜਿਹੜੀ ਓਪਨਿੰਗ ਹੋਈ ਹੈ ਜੀ, ਉਹਦੇ ਵਿੱਚ ਮੇਰੇ ਖਿਆਲ ਸਾਡੇ ਕੁਝ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਪਤਾ ਹੈ ਕਿ ਆਪਣੇ ਜਿਹੜੇ ਪ੍ਰੀਮੀਅਰ ਨੇ ਜੇਸਨ ਕੈਨੀ ਜੀ, ਉਹਨਾਂ ਨੂੰ ਕਾਫੀ ਕਾਹਲੀ ਸੀ, ਲੱਗਿਆ ਵੀ ਕਾਹਲੀ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਖੋਲੀਏ। ਔਰ ਇੱਕ ਮੇਨ ਮੁੱਖ ਜਿਹੜਾ ਕਾਰਨ ਉਹਦਾ ਦੱਸਿਆ ਜਾ ਰਿਹਾ ਸੀ ਕਿ ਉਹ ਬੜੇ ਉਤਸ਼ਾਹਿਤ ਸਨ ਕਿ ਕੈਲਗਰੀ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਅਲਬਰਟਾ ਦਾ ਖਾਸ ਜਿਹੜਾ ਜੀ ਮੇਲਾ ਹੁੰਦਾ ਹੈ ਸਟੈਂਪੀਡ, ਔਰ ਸਟੈਂਪੀਡ ਕਰਵਾਇਆ ਗਿਆ। ਤਕਰੀਬਨ 1.5 ਮਿਲੀਅਨ ਲੋਕ ਜਿਹੜੇ ਨੇ ਉਹਨਾਂ ਨੇ ਉੱਥੇ ਹਾਜ਼ਰੀ ਭਰੀ। ਔਰ ਅੱਜ ਕੁਝ ਅੰਕੜੇ ਆਏ ਸਨ ਕਿ ਸ਼ਾਇਦ ਥੋੜ੍ਹੇ ਬਹੁਤੇ ਕੇਸ ਉੱਥੋਂ ਨਿਕਲੇ ਨੇ, ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਇਹ ਜਿਹੜਾ ਸਾਰਾ ਕੁਝ ਹੈ ਇਹਨੂੰ ਅਸੀਂ ਟੱਚਵੁੱਡ ਕਹਿ ਸਕਦੇ ਹਾਂ। ਅਜੇ ਤੱਕ ਕਾਮਯਾਬ ਰਿਹਾ। ਹਾਂਜੀ, ਕਾਮਯਾਬ ਰਿਹਾ ਹੁਣ ਤੱਕ। ਜਿਹੜਾ ਮਾਹੌਲ ਜਿਵੇਂ ਤੁਸੀਂ ਦੱਸਿਆ ਉਤਸ਼ਾਹਜਨਕ ਹੈ ਔਰ ਖੁਸ਼ੀ ਵਾਲਾ ਹੈ ਜੀ। ਦੂਜੀ ਗੱਲ ਕਰੀਏ ਅਗਰ ਐਡਮਿੰਟਨ ਦੀ, ਤੇ ਟੇਸਟ ਆਫ ਐਡਮਿੰਟਨ ਆਲਰੇਡੀ ਚੱਲ ਰਿਹਾ ਜੀ। ਠੀਕ ਹੈ ਜੀ। ਤੇ ਕੁਝ ਕੁ ਦਿਨਾਂ ਦੇ ਵਿੱਚ ਜਿਹੜਾ ਹੈਰੀਟੇਜ ਫੈਸਟੀਵਲ ਹੁੰਦਾ ਵਾ ਹੋਲਰ ਪਾਰਕ ਦੇ ਵਿੱਚ, ਬਿਲਕੁਲ ਉਹਦੀਆਂ ਵੀ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ। ਮੈਨੂੰ ਲੱਗਦਾ ਵੀ ਐਡਮਿੰਟਨ ਵਾਸੀ ਪੂਰੇ ਤਿਆਰ ਨੇ। ਇੱਕ ਤਾਂ ਗਰਮੀ ਦਾ ਮੌਸਮ ਆ, ਉੱਤੋਂ ਵੱਖ-ਵੱਖ ਜਿਹੜੀਆਂ ਆਊਟਡੋਰ ਐਕਟੀਵਿਟੀਜ਼ ਨੇ ਉਹਨਾਂ ਲਈ ਪੂਰੀ ਤਿਆਰੀ ਚੱਲ ਰਹੀ ਹੈ ਜੀ। ਬਿਲਕੁਲ ਜੀ, ਬਿਨਾਂ ਸ਼ੱਕ ਮੈਂ ਇਹਦੇ ਵਿੱਚ ਇਹ ਵੀ ਐਡ ਕਰਦੇ ਹਾਂ ਕਿ ਜਦੋਂ ਤੋਂ ਖੁੱਲ੍ਹ ਮਿਲੀ ਹੈ ਉਸ ਤੋਂ ਬਾਅਦ ਤਕਰੀਬਨ 3 ਸ਼ਾਦੀਆਂ ਮੈਂ ਅਟੈਂਡ ਕਰ ਚੁੱਕਿਆ ਜੀ ਵਿਦਨ ਕਮਿਊਨਿਟੀ। ਸੋ ਬਹੁਤ ਸਾਰੇ ਫੰਕਸ਼ਨ ਜਿਹੜੇ ਕੁਝ ਕਾਰਨ ਜਿਹੜੇ ਸਿਰਫ ਕੋਵਿਡ ਦੇ ਕਾਰਨ ਕਰਕੇ ਬਲਕਿ ਪੈਂਡਿੰਗ ਸਨ, ਰੁਕੇ ਹੋਏ ਸਨ, ਕੁਝ ਲੋਕਾਂ ਨੇ ਡਿਲੇ ਕੀਤੇ। ਸੋ ਹੌਲੀ ਹੌਲੀ ਸਾਰਾ ਕੁਝ ਜਿਹੜਾ ਹੈ ਇੰਜ ਲੱਗਦਾ ਕਿ ਪਟੜੀ ਤਿਆਰ ਹੈ ਔਰ ਪਰਮਾਤਮਾ ਇਸੇ ਤਰ੍ਹਾਂ ਹੀ ਰੱਖੇ ਜੀ। ਬਿਲਕੁਲ ਜੀ, ਅਰਦਾਸ ਕਰਦੇ ਹਾਂ ਕਿ ਵਾਕਈ ਜਿਹੋ ਜਿਹਾ ਮਾਹੌਲ ਬਣਿਆ ਵਾ ਹੋਰ ਬਿਹਤਰ ਹੋਵੇ ਤਾਂ ਕਿ ਅਸੀਂ ਬੈਕ ਟੂ ਨਾਰਮਲ ਫੁੱਲੀ ਇੰਜੋਏ ਕਰ ਸਕੀਏ ਆਪਣੀ ਲਾਈਫ। ਬਿਲਕੁਲ ਜੀ, ਬਿਲਕੁਲ। ਤੇ ਭਾਜੀ ਹੁਣ ਅਗਲਾ ਜਿਹੜਾ ਮੁੱਦਾ ਵਾ ਬੜਾ ਅਹਿਮ ਆ, ਇੰਟਰਨੈਸ਼ਨਲ ਇਵੈਂਟ ਆ, ਬਹੁਤ ਮਹੱਤਵਪੂਰਨ ਆ। ਓਲੰਪਿਕਸ ਚੱਲ ਰਹੀ ਹੈ ਜੀ। ਬਿਲਕੁਲ ਜੀ, ਓਲੰਪਿਕ 2020 ਟੋਕੀਓ। ਹਾਂਜੀ। ਤੇ ਇਹ ਜਿਹੜੀ ਓਲੰਪਿਕ ਹੈ ਇਹਦੇ ਵਿੱਚ ਕਾਫੀ ਰੋਚਕ ਤੱਥ ਵੀ ਸਾਹਮਣੇ ਆ ਰਹੇ ਨੇ। ਤੇ ਜੇਕਰ ਅਸੀਂ ਗੱਲਬਾਤ ਕਰੀਏ ਥੋੜੀ ਜਿਹੀ, ਮੈਂ ਤੁਹਾਨੂੰ ਓਲੰਪਿਕਸ ਦੀ ਹਿਸਟਰੀ ਦੱਸ ਦਿੰਦਾ, ਫਿਰ ਆਪਾਂ ਗੱਲਬਾਤ ਕਰਦੇ ਹਾਂ ਵੀ ਕਿਵੇਂ ਰੋਚਕ ਜਿਹੜੇ ਤੱਥ ਸਾਹਮਣੇ ਆ ਰਹੇ ਨੇ। ਬਿਲਕੁਲ ਜੀ। ਜਿਹੜੀ ਓਲੰਪਿਕਸ ਗੇਮਸ ਆ ਜੀ, ਜਿਹੜੀਆਂ ਫਿਲਹਾਲ ਸ਼ੁਰੂ ਹੋ ਚੁੱਕੀਆਂ ਨੇ, ਇਹ ਜੁਲਾਈ 23 ਤੋਂ ਸ਼ੁਰੂ ਹੋਈਆਂ ਨੇ, ਅਗਸਤ 8 ਤੱਕ ਚੱਲਦੀਆਂ ਨੇ। ਹਾਂਜੀ। ਜੇਕਰ ਸ਼ੁਰੂਆਤ ਦੀ ਗੱਲ ਕਰੀ ਜਾਵੇ ਤੇ 776 BC ਦੇ ਵਿੱਚ ਓਲੰਪੀਆ ਦੇ ਵਿੱਚ, ਗ੍ਰੀਸ ਦਾ ਹੀ ਛੋਟਾ ਜਿਹਾ ਪਿੰਡ ਕਹਿ ਲਓ, ਸ਼ਹਿਰ ਕਹਿ ਲਓ, ਉਸ ਸਮੇਂ ਦੇ ਵਿੱਚ ਬਿਲਕੁਲ ਉੱਥੋਂ ਇਹ ਜਿਹੜੀਆਂ ਐਂਸ਼ੀਅੰਟ ਗੇਮ ਸ਼ੁਰੂ ਹੋਈਆਂ ਸੀ। ਬਿਲਕੁਲ ਜੀ, ਉਹਨਾਂ ਦਾ ਨਾਮ ਐਂਸ਼ੀਅੰਟ ਗੇਮ ਸੀਗੀਆਂ। ਹਾਂਜੀ। ਤੇ ਉਹਨਾਂ ਨੂੰ ਹੀ ਸਰਜੀਤ ਕੀਤਾ ਗਿਆ 1896 ਦੇ ਵਿੱਚ ਮਾਡਰਨ ਓਲੰਪਿਕਸ ਦੇ ਨਾਂ ਤੇ। ਬਿਲਕੁਲ ਜੀ। ਤੇ ਇਹਦਾ ਜਿਹੜਾ ਸਿਹਰਾ ਜਾਂਦਾ ਵਾ ਜੀ ਉਹ ਸੀ ਬੈਰਨ ਪੈਰੀ ਡੀ ਕੁਬਰਟਨ। ਹਾਂਜੀ। ਇਹ ਫਾਦਰ ਕਹਿ ਲਓ, ਫਾਊਂਡਰ ਕਹਿ ਲਓ, ਜਿਨ੍ਹਾਂ ਦਾ ਇਹ ਬ੍ਰੇਨ ਚਾਈਲਡ ਹੈ। ਬਿਲਕੁਲ। ਤੇ ਇਹ ਜਿਹੜੀਆਂ ਗੇਮ ਸੀਗੀਆਂ ਜੀ, ਇਹ ਲਗਭਗ ਸਾਰੀ ਦੁਨੀਆ ਨੂੰ ਕਨੈਕਟ ਕਰਨ ਲਈ ਬਣਾਈਆਂ ਗਈਆਂ। ਬਿਲਕੁਲ। ਤੁਸੀਂ ਜਾਣਦੇ ਹੋਣੇ ਜਿਹੜਾ ਇਹਨਾਂ ਦਾ ਲੋਗੋ ਕਹਿ ਲਓ 5 ਰਿੰਗਸ ਨੇ। ਹਾਂਜੀ। ਉਹ ਜਿਹੜੇ ਉਸ ਸਮੇਂ ਦੇ 5 ਮੇਜਰ ਕੰਟੀਨੈਂਟ ਸੀਗੇ, ਏਸ਼ੀਆ, ਅਫਰੀਕਾ, ਅਮਰੀਕਾ, ਯੂਰਪ ਤੇ ਓਸ਼ੀਆਨਾ, ਉਹਨੂੰ ਰਿਪਰੈਜ਼ੈਂਟ ਕਰਦੇ ਸੀ। ਅਗਰ ਮੌਜੂਦਾ ਓਲੰਪਿਕਸ ਦੀ ਗੱਲ ਕਰੀਏ ਤੇ 33 ਸਪੋਰਟਸ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ।
ਹੁਣ ਆਪਾਂ ਚੱਲਦੇ ਹਾਂ ਜੀ ਕਿ ਕਿਹੜੇ ਰੋਚਕ ਤੱਥ ਨੇ, ਅਗਰ ਤੁਸੀਂ ਕੈਨੇਡਾ ਦੀ ਗੱਲ ਕਰ ਸਕਦੇ ਜਾਂ ਹੋਰ ਜਿਹੜੇ ਵੱਖ-ਵੱਖ ਮੁਲਕਾਂ ਦੇ ਨਤੀਜੇ ਸਾਹਮਣੇ ਆ ਰਹੇ, ਕੁਝ ਸਾਂਝੇ ਕਰੋ ਜੀ ਸਾਡੇ ਦਰਸ਼ਕਾਂ। ਸਭ ਤੋਂ ਪਹਿਲਾਂ ਤਾਂ ਜੀ ਮੈਂ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ 올림픽 2020 ਨੇ ਜੀ 2021 ਦੇ ਵਿੱਚ ਹੋ ਰਹੀਆਂ ਨੇ, ਕੋਵਿਡ ਕਰਕੇ ਡਿਲੇ ਹੋਈਆਂ। ਔਰ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ, ਹੁਣ ਤੱਕ ਜਿੰਨੀਆਂ ਵੀ ਗੇਮਸ ਹੋਈਆਂ ਨੇ ਵਧੀਆ ਚੱਲ ਰਿਹਾ ਕੰਮ ਜੀ, ਕਿਉਂਕਿ ਕੋਵਿਡ ਦਾ ਖਤਰਾ ਜ਼ਰੂਰ ਮੰਡਰਾ ਰਿਹਾ ਸੀ। ਔਰ ਮੈਂ ਵਧਾਈ ਦੇਣਾ ਚਾਹਾਂਗਾ ਉਸ ਮੁਲਕ ਨੂੰ, ਜਾਪਾਨ ਨੂੰ। 올림픽 ਜਿਹੜਾ ਹੈ, 올림픽 ਵਿਲੇਜ ਜਿਹੜਾ ਉਹਨੂੰ ਖੇਡਾਂ ਦਾ ਮੱਕਾ ਕਿਹਾ ਜਾਂਦਾ ਹੈ। ਬਿਲਕੁਲ ਹਾਂਜੀ। ਔਰ ਐਡੇ ਵੱਡੇ ਇਵੈਂਟ ਨੂੰ ਇਹੋ ਜਿਹੇ ਸਮੇਂ ਦੇ ਵਿੱਚ ਸ਼ੁਰੂ ਕਰਾਉਣਾ ਔਰ ਉਹਦੇ ਲਈ ਆਪਣਾ ਜਿਹੜਾ ਤੁਸੀਂ ਇੰਨਾ ਜਿਗਰਾ ਕੱਢਣਾ, ਜਿਹਨੂੰ ਅਸੀਂ ਦਿਲ ਦੀ ਗੱਲ ਕਹਿੰਦੇ, ਇਹ ਇੱਕ ਬਹੁਤ ਵੱਡੀ ਗੱਲ ਹੈ। ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਨੇ। ਬਿਲਕੁਲ। ਔਰ ਮੈਂ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿਆਂ ਜੀ ਕਿ ਅਸੀਂ ਇੰਡੀਆ ਦੇ ਨਾਲ ਕਈ ਵਾਰੀ ਕੰਪੇਅਰ ਜਿਹੜਾ ਹੈ ਕਿਉਂਕਿ ਅਸੀਂ ਕਰਦੇ ਹਾਂ। ਇੰਡੀਆ ਦੀ ਜਿਹੜੀ ਇਸ ਵੇਲੇ ਸਭ ਤੋਂ ਜ਼ਿਆਦਾ ਆਪਣੇ ਖੇਲ ਜਿਹਦੇ ਵਿੱਚ ਵੱਧ ਤੋਂ ਵੱਧ ਇੰਡੀਆ ਦੇ ਲੋਕ ਵੀ ਸ਼ਾਮਿਲ ਨੇ, ਕਿਉਂਕਿ ਕ੍ਰਿਕਟ ਦਾ ਨਾਮ ਅਕਸਰ ਮੋਹਰੇ ਆ ਜਾਂਦਾ ਹੈ ਜੀ। ਤੇ ਸਾਨੂੰ ਪਤਾ ਹੈ ਕਿ ਕ੍ਰਿਕਟ ਦੀ ਜਿਹੜੀ ਆਪਣੀ ਇੰਡੀਆ ਦੀ ਲੀਗ ਹੈ ਉਹ ਇੰਡੀਆ ਦੇ ਵਿੱਚ ਨਹੀਂ ਹੋ ਸਕੀ, ਉਹ ਮਿਡਲ ਈਸਟ ਦੇ ਵਿੱਚ ਕਰਾਉਣੀ ਪਈ। ਬਿਲਕੁਲ। ਇਸ ਤੋਂ ਅੱਗੇ ਇੱਕ ਕ੍ਰਿਕਟ ਦਾ ਜਿਹੜਾ T20 ਦਾ ਵਰਲਡ ਕੱਪ ਆ ਰਿਹਾ ਹੈ, ਇੰਡੀਆ ਦੇ ਵਿੱਚ ਹੋਣਾ ਸੀ, ਲੇਕਿਨ ਉਹ ਵੀ ਲੱਗਦਾ ਹੈ ਕਿ ਸ਼ਾਇਦ ਇੰਡੀਆ ਦੇ ਵਿੱਚ ਨਾ ਹੋ ਸਕੇ। ਸੋ ਮੈਂ ਇਹ ਗੱਲ ਦੱਸਣੀ ਚਾਹ ਰਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਜਾਪਾਨ ਇਹਨਾਂ ਖੇਲਾਂ ਨੂੰ ਉਹਨਾਂ ਨੇ ਇਸ ਸਮੇਂ ਦੇ ਵਿੱਚ ਕਰਾਉਣ ਦਾ ਬੀੜਾ ਚੁੱਕਿਆ ਔਰ ਅਜੇ ਤੱਕ ਸਾਰਾ ਕੁਝ ਸਫਲਤਾਪੂਰਵਕ ਚੱਲ ਰਿਹਾ ਹੈ। ਬਿਲਕੁਲ। ਤੇ ਥੋੜੀ ਜਿਹੀ ਤੁਹਾਨੂੰ ਮੈਂ ਟੈਲੀ ਵੀ ਦੱਸ ਦਣਾ ਜੀ, ਇਸ ਵੇਲੇ ਮੈਡਲ ਜਿਹੜੇ ਆ ਕਿਵੇਂ ਦੁਨੀਆ ਭਰ ਦੇ ਵਿੱਚ ਜਿੱਤੇ ਨੇ ਵੱਖ-ਵੱਖ ਦੇਸ਼ਾਂ ਨੇ। ਹਾਂਜੀ। ਜਾਪਾਨ ਮੇਜ਼ਬਾਨ ਕੰਟਰੀ ਹੈ ਜੀ। ਬਿਲਕੁਲ। ਤੇ ਰੱਬ ਵੱਲੋਂ ਹੀ ਫਸਟ ਵੀ ਹੈ ਇਸ ਵੇਲੇ ਪਹਿਲੇ ਨੰਬਰ ਤੇ। ਹਾਂਜੀ ਬਿਲਕੁਲ। ਉਹਨਾਂ ਕੋਲ ਜੀ 10 골ਡ ਮੈਡਲ ਨੇ, 3 ਸਿਲਵਰ ਤੇ 5 ਬ੍ਰੌਂਜ਼, 18 ਕੁੱਲ ਮੈਡਲ ਨੇ ਜਾਪਾਨ ਦੇ ਕੋਲ। ਠੀਕ ਹੈ। ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਤੇ ਚਾਈਨਾ ਵਿੱਚ ਹਮੇਸ਼ਾ ਹੀ ਮੁਕਾਬਲਾ ਤਗੜਾ ਹੁੰਦਾ ਜੀ। ਬਿਲਕੁਲ। ਤੇ ਅਮਰੀਕਾ ਦੇ 9 골ਡ, 8 ਸਿਲਵਰ ਤੇ 8 ਬ੍ਰੌਂਜ਼, ਸੋ ਟੋਟਲ ਉਹਨਾਂ ਕੋਲ 25 ਮੈਡਲ ਨੇ। ਬਿਲਕੁਲ। ਇਸੇ ਤਰ੍ਹਾਂ ਅਗਰ ਚਾਈਨਾ ਦੀ ਗੱਲ ਕਰੀਏ ਤੇ 9 골ਡ, 5 ਸਿਲਵਰ ਤੇ 7 ਉਹਨਾਂ ਕੋਲ ਬ੍ਰੌਂਜ਼ ਨੇ, ਸੋ ਕੁੱਲ ਬਣ ਗਏ ਜੀ 21। ਹਾਂਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੈਨੇਡਾ ਦੀ। ਠੀਕ ਹੈ ਜੀ। ਇੱਥੇ ਜੀ 2 골ਡ ਮੈਡਲ ਆ ਚੁੱਕੇ ਨੇ ਔਰ 3 ਸਿਲਵਰ ਤੇ 3 ਬ੍ਰੌਂਜ਼, ਠੀਕ ਹੈ, ਕੁੱਲ 8। ਤੇ ਜਿਹੜੀ ਟੈਲੀ ਆ ਉਹਦੇ ਵਿੱਚ 8ਵਾਂ ਨੰਬਰ ਆ, 8ਵਾਂ ਨੰਬਰ, ਕੱਲ 11ਵਾਂ ਸੀ। ਠੀਕ ਹੈ ਜੀ। ਸੋ ਇਹ ਥੋੜਾ ਜਿਹਾ ਇੰਪਰੂਵਮੈਂਟ ਹੋਈ ਹੈ। ਇਸੇ ਤਰ੍ਹਾਂ ਅਗਰ ਭਾਰਤ ਦੀ ਗੱਲ ਕਰੀਏ, ਹਾਂਜੀ, ਕਿਉਂਕਿ ਭਾਰਤ ਨਾਲ ਸਾਡੇ ਦਰਸ਼ਕਾਂ ਦੀਆਂ ਵੀ ਜੜ੍ਹਾਂ ਜੁੜੀਆਂ ਨੇ, ਸਾਡੀਆਂ ਵੀ ਜੁੜੀਆਂ ਨੇ। ਬਿਲਕੁਲ ਜੀ। ਤੇ ਉੱਥੇ ਜੀ ਕੁੱਲ 1 ਮੈਡਲ ਆ, ਹਾਂਜੀ, ਸਿਲਵਰ ਮੈਡਲ ਆ। ਹਾਂਜੀ। ਤੇ ਜਿਹੜੀ ਪੋਜੀਸ਼ਨ ਹੈ ਟੈਲੀ ਦੇ ਵਿੱਚ ਉਹ ਲਗਾਤਾਰ ਹੇਠਾਂ ਜਾ ਰਹੀ ਆ, 39ਵੇਂ ਨੰਬਰ ਤੇ ਜਾਂ 40ਵੇਂ ਨੰਬਰ ਤੇ ਕਹਿ ਸਕਦੇ, ਕਿਉਂਕਿ 6-7 ਕੰਟਰੀ ਜਿਹੜੇ 39ਵੇਂ ਨੰਬਰ ਇੱਕ ਮੈਡਲ ਵਾਲੇ ਬਹੁਤ ਕੰਟਰੀ ਹੁੰਦੇ ਨੇ ਜੀ। ਠੀਕ ਹੈ ਜੀ। ਤੇ ਹੁਣ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਕੁਝ ਰੋਚਕ ਤੱਥ ਆਏ ਨੇ, ਉਹ ਸਾਂਝੇ ਕਰਿਓ ਜੀ। ਦੇਖੋ ਜੀ, ਰੋਚਕ ਤੱਥ, ਕਿਉਂਕਿ ਐਡਾ ਵੱਡਾ ਇਹ ਮੇਲਾ ਹੈ, ਇਹਦੇ ਵਿੱਚ ਰੋਚਕ ਤੱਥ ਸਦਾ ਹੀ ਜਿਹੜੇ ਨੇ, ਕਿਉਂਕਿ ਇੱਕ ਤੇ ਮੇਰਾ ਖਿਆਲ ਆਪਣੇ ਸਾਡੇ ਸਰੋਤਿਆਂ ਨੇ ਇਹ ਖਬਰ ਸੁਣੀ ਹੋਵੇਗੀ ਕਿ ਫਿਲੀਪੀਨਸ ਦੀ ਇੱਕ ਆਪਣੀ ਵੇਟ ਲਿਫਟਿੰਗ ਦੇ ਵਿੱਚ 55 ਕਿਲੋ ਦੇ ਵਜ਼ਨ ਦੇ ਵਿੱਚ ਇੱਕ ਫਿਲੀਪੀਨੋ ਲੜਕੀ ਨੇ 골ਡ ਮੈਡਲ ਜਿੱਤਿਆ ਜੀ। ਵਾਹ। ਉਸ ਮੁਲਕ ਦੇ ਇਤਿਹਾਸ ਦੇ ਵਿੱਚ 올림픽 ਦੇ ਵਿੱਚ ਇਹ ਪਹਿਲਾ 골ਡ ਮੈਡਲ ਹੈ। 1924 ਤੋਂ ਲੈ ਕੇ ਜੀ ਹੁਣ ਤੱਕ ਲਗਭਗ 100 ਸਾਲ ਹੋ ਗਏ ਨੇ। ਬਿਲਕੁਲ ਜੀ, ਬਿਲਕੁਲ ਜੀ। ਸੋ ਆਪਣੇ ਆਪ ਦੇ ਵਿੱਚ ਦੇਖੋ ਕਿੰਨੀ ਵੱਡੀ ਸਟੇਕ ਹੈ ਕਿ ਇੱਕ ਕੰਟਰੀ ਦੇ ਲਈ ਇੱਕ 골ਡ ਮੈਡਲ ਜਿੱਤਣਾ ਕਿੰਨੀ ਵੱਡੀ ਗੱਲ ਹੈ। ਗੱਲ ਇਹ ਹੈ ਕਿ ਮੈਂ ਇੱਕ ਹੋਰ ਇਸ ਗੱਲ ਦੇ ਮੈਂ ਪਿਛੋਕੜ ਪਿੱਛੇ ਥੋੜ੍ਹਾ ਜਿਹਾ ਜਾਣਾ ਚਾਹਾਂਗਾ। 골ਡ ਮੈਡਲ ਜਿਹੜਾ ਵੀ ਕੋਈ ਪਹਿਲੇ ਨੰਬਰ ਤੇ ਜਿਹੜਾ ਅੱਵਲ ਆਉਂਦਾ ਹੈ ਨਾ ਜੀ, ਹਾਂਜੀ, ਉਹ 골ਡ ਤੇ ਫਿਰ ਦੂਜਾ ਆਪਣੇ ਸਿਲਵਰ ਤੇ ਤੀਜਾ ਫਿਰ ਬ੍ਰੌਂਜ਼ ਜੀ। ਔਰ ਕਈ ਵਾਰੀ 골ਡ ਤੇ ਸਿਲਵਰ ਦੇ ਵਿੱਚ ਅੰਤਰ ਇੰਨਾ ਕੁ ਹੁੰਦਾ ਹੈ ਕਿ ਇਨਸਾਨ ਦੀ ਅੱਖ ਨਹੀਂ ਦੱਸ ਸਕਦੀ, ਕੰਪਿਊਟਰ ਦੱਸਦਾ। ਸਹੀ ਗੱਲ ਹੈ। ਠੀਕ ਹੈ ਨਾ ਜੀ। ਔਰ ਮੈਂ ਇਹ ਪੜ੍ਹ ਰਿਹਾ ਸੀ ਕਿ ਜਿਹੜੇ ਲੋਕ ਜਿਨ੍ਹਾਂ ਨੇ ਸਿਲਵਰ ਮੈਡਲ ਜਿੱਤਿਆ ਹੁੰਦਾ ਜਾਂ ਜਿਨ੍ਹਾਂ ਨੇ ਬ੍ਰੌਂਜ਼ ਜਿੱਤਿਆ ਹੁੰਦਾ, ਉਹਨਾਂ ਨੂੰ ਇੰਝ ਲੱਗਦਾ ਕਿ ਅਸੀਂ ਬਹੁਤ ਕੁਝ ਗਵਾ ਲਿਆ, ਕਿਉਂਕਿ ਏਮ ਹਰ ਵਿਅਕਤੀ 골ਡ ਦਾ ਕਰਦਾ। ਬਿਲਕੁਲ। ਹਾਂਜੀ। ਲੇਕਿਨ ਅਗਰ ਅਸੀਂ ਉਹਨਾਂ ਦਾ ਬਾਕੀ ਦੁਨੀਆ ਦੇ ਲੋਕਾਂ ਦੇ ਨਾਲ ਮੁਕਾਬਲਾ ਕਰੀਏ ਤੇ ਫਿਰ ਉਹ ਕੰਟਰੀ ਜਿਹਨੇ ਪਹਿਲੀ ਵਾਰੀ ਬ੍ਰੌਂਜ਼ ਜਿੱਤਣਾ, ਜਿਹਨੇ ਪਹਿਲੀ ਵਾਰੀ ਸਿਲਵਰ ਜਿੱਤਣਾ, ਉਹਦੇ ਨਾਲ ਮੁਕਾਬਲਾ ਕਰਕੇ ਦੇਖੋ। ਇੱਥੇ ਅਸੀਂ ਮੁਲਕਾਂ ਦੀ ਗੱਲ ਕਰ ਰਹੇ ਹਾਂ, ਲੇਕਿਨ ਕੰਟਰੀਬਿਊਸ਼ਨ ਇੱਕ ਇੰਡੀਵਿਜੂਅਲ ਦੀ ਹੈ ਜੀ। ਹਾਂਜੀ। ਸੋ ਇਹ ਕਿੰਨਾ ਵੱਡਾ ਕਾਰਨਾਮਾ ਹੈ, ਕਿੰਨਾ ਵੱਡਾ ਮਾਰਕ ਹੈ, ਇਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ ਜੀ। ਸੋ ਇਸ ਤੋਂ ਇਲਾਵਾ ਇੱਕ ਹੋਰ ਕੰਟਰੀ ਹੈ ਬਰਮੂਦਾ ਜੀ। ਹਾਂਜੀ। ਉੱਥੋਂ ਦੀ ਇੱਕ ਆਪਣੇ ਪਲੇਅਰ ਹੈ ਜਿਨ੍ਹਾਂ ਨੇ ਟ੍ਰਾਈਐਥਲਨ ਦੇ ਵਿੱਚ 골ਡ ਮੈਡਲ ਜਿੱਤਿਆ ਔਰ ਪਹਿਲਾ 골ਡ ਮੈਡਲ ਹੈ। ਔਰ ਟ੍ਰਾਈਐਥਲਨ ਦੇ ਵਿੱਚ ਉਹਨਾਂ ਨੇ ਸਵਿਮਿੰਗ, ਰੇਸ
ਤੇ ਸਾਈਕਲਿੰਗ ਤੇ ਸਾਈਕਲ ਬਾਈਸਾਈਕਲ ਜਿਹਨੂੰ ਇਹਨਾਂ 3 ਇਵੈਂਟ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਚੂਜ਼ ਕਰਕੇ ਤੇ ਉਹਨਾਂ ਨੇ ਮੈਕਸਿਮਮ ਪੁਆਇੰਟ ਲੈ ਕੇ 골ਡ ਮੈਡਲ ਜਿੱਤਿਆ। ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ। ਇਸੇ ਤੱਥ ਨਾਲ ਸਵਾਲ ਆ ਮੇਰਾ ਇੱਕ ਰਿਲੇਟਡ ਜੀ, ਹਾਂਜੀ, ਕਿ ਬਰਮੂਡਾ ਦੀ ਪਾਪੂਲੇਸ਼ਨ ਸਿਰਫ ਮੈਨੂੰ ਲੱਗਦਾ 62-63 ਹਜ਼ਾਰ ਆ ਸ਼ਾਇਦ ਸਾਂਝੀ 70 ਦੇ ਕਹਿੰਦੇ ਨੇ ਆਸ-ਪਾਸ। ਹਾਂਜੀ, ਤੇ ਅਗਰ ਉੱਥੋਂ 2-4 ਬੰਦੇ ਤੁਰ ਕੇ 올림픽ਸ ਦੇ ਵਿੱਚੋਂ 골ਡ ਮੈਡਲ ਲਿਆ ਸਕਦੇ ਨੇ, ਤੇ ਭਾਰਤ ਸਾਡਾ ਜਿਹੜਾ ਮੁਲਕ ਆ ਹਾਂਜੀ, ਉਹਦੇ ਵਿੱਚੋਂ ਵੇਖੋ ਜੀ 1.3 ਬਿਲੀਅਨ ਤੋਂ ਜ਼ਿਆਦਾ ਪਾਪੂਲੇਸ਼ਨ ਆ। ਹਾਂਜੀ, 127 ਜਣੇ ਜਿਹੜੇ ਆ 올림픽ਸ ਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕਰ ਰਹੇ ਨੇ 올림픽ਸ ਦੇ ਵਿੱਚ, ਹਾਂਜੀ, ਤੇ ਅਜੇ ਤੱਕ ਸਿਰਫ ਇੱਕ ਸਿਲਵਰ ਮੈਡਲ। ਕੀ ਲੱਗਦਾ ਵੀ ਜਿਹੜੇ ਖਿਡਾਰੀ ਨੇ ਕੀ ਉਹਨਾਂ ਨੂੰ ਜਿਹੜੀਆਂ ਲੋੜੀ ਦੀਆਂ ਕਹਿ ਲਓ ਵੀ ਇਕਵਿਪਮੈਂਟ ਜਾਂ ਜਿਹੜੀਆਂ ਸੇਵਾਵਾਂ ਉਹ ਮੁਹੱਈਆ ਨਹੀਂ ਕਰ ਪਾਉਂਦੇ, ਜਾਂ ਕਿਤੇ ਪੋਲਿਟਿਕਸ ਚੱਲਦੀ ਹੈ ਵੀ ਜਿਹੜੇ ਲਾਇਕ ਬੰਦੇ ਨੇ ਉਹ ਅੱਗੇ ਨਹੀਂ ਆ ਪਾ ਰਹੇ? ਕੀ ਲੱਗਦਾ ਤੁਹਾਨੂੰ? ਦੇਖੋ ਜੀ, ਨਿਸ਼ਚਿਤ ਤੌਰ ਤੇ ਇੱਕ ਕਾਰਨ ਨਹੀਂ। ਹਾਂਜੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਆਬਾਦੀ ਵਾਲੀ ਗੱਲ ਦੱਸ ਦਿਆਂ ਜੀ। ਮੇਰੇ ਖਿਆਲ ਸਾਡੇ ਵਿਊਅਰ ਸਾਰੇ ਜਾਣਦੇ ਹੋਣਗੇ ਕਿ ਇੱਕ ਐਸੀ ਸਪੋਰਟ ਹੈ ਜਿਹਦੇ ਵਿੱਚ ਭਾਰਤ ਨੇ 골ਡ ਮੈਡਲ ਬਹੁਤ ਸ਼ਾਇਦ ਪਹਿਲਾਂ 올림픽 ਤੋਂ ਲਗਾਤਾਰ ਵੀ ਜਿੱਤੇ ਨੇ ਜੀ। ਫੀਲਡ ਹਾਕੀ ਭਾਰਤ ਦੀ ਨੈਸ਼ਨਲ ਖੇਡ ਹੈ, ਉਸ ਦੇ ਵਿੱਚ 올림픽 ਦੇ ਵਿੱਚ 골ਡ ਮੈਡਲ ਭਾਰਤ ਲੈ ਕੇ ਆਉਂਦਾ ਰਿਹਾ। ਜਦੋਂ ਧਿਆਨ ਚੰਦ ਹੁਣੀ ਖੇਡਦੇ ਸੀ, ਹਾਂਜੀ, ਅਜੀਤਪਾਲ ਹੁਣੀ, ਧਿਆਨ ਚੰਦ ਹੁਣੀ, ਸੁਰਜੀਤ ਸਿੰਘ ਹੁਣੀ, ਜੀ। ਇਹ ਸਾਰੇ ਪਲੇਅਰ ਸਨ। ਲੇਕਿਨ ਚਲੋ ਹੁਣ ਨਹੀਂ ਆ ਰਿਹਾ, ਇਸ ਵਕਤ ਵੀ ਟੀਮ ਠੀਕ ਠਾਕ ਕਾਰਗੁਜ਼ਾਰੀ ਕਰ ਰਹੀ ਹੈ, ਉਹ ਇੱਕ ਵੱਖਰਾ ਵਿਸ਼ਾ ਹੈ ਜੀ। ਲੇਕਿਨ ਅਗਰ ਤੁਸੀਂ ਉਸ ਟੀਮ ਦੀ ਕੰਪੋਜੀਸ਼ਨ ਦੇਖੋ ਤੇ ਜਲੰਧਰ ਨੇੜੇ ਇੱਕ ਪਿੰਡ ਹੈ ਸੰਸਾਰਪੁਰ, ਉਸ ਦੇ ਨਜ਼ਦੀਕ ਇੱਕ ਪਿੰਡ ਹੈ ਮਿਠਾਪੁਰ, ਉਸ ਦੇ ਨਜ਼ਦੀਕ ਇੱਕ ਦੋ ਹੋਰ ਪਿੰਡ ਨੇ। ਉਹਨਾਂ ਪਿੰਡਾਂ 11 ਦੇ ਵਿੱਚੋਂ 6 ਜਾਂ 5 ਪਲੇਅਰ ਉਹਨਾਂ ਪਿੰਡਾਂ ਵਿੱਚੋਂ ਹੁੰਦੇ ਸਨ। ਨਰਸਰੀ ਕਹਿੰਦੇ ਜੀ ਇਹਨਾਂ ਨੂੰ ਹਾਕੀ ਦੀ, ਉਸ ਨੂੰ ਨਰਸਰੀ ਕਿਹਾ ਜਾਂਦਾ। ਸੋ ਇਹ ਗੱਲ ਤੁਹਾਨੂੰ ਕੀ ਦੱਸਦੀ ਹੈ? ਇੱਕ ਤਾਂ ਇਹ ਦੱਸਦੀ ਹੈ ਕਿ ਉੱਥੇ ਇਹ ਖੇਲ ਪ੍ਰਚਲਿਤ ਹੋਈ। ਮੈਂ ਇੱਕ ਮਾਹਰ ਨੂੰ ਬਹੁਤ, ਇਹ ਹੁਣ ਪੁਰਾਣੀ ਗੱਲ ਹੈ, ਮੈਂ ਉਹਨਾਂ ਨੂੰ ਪੁੱਛਿਆ ਕਿ ਕਾਰਨ ਕੀ, ਇੱਥੇ ਕੀ ਹੋਇਆ? ਉਹ ਕਹਿੰਦੇ ਜੀ ਇੱਥੇ ਸਿਰਫ ਇਹ ਹੋਇਆ ਵੀ ਇਹ ਜਿਹੜੇ ਪਿੰਡ ਨੇ ਇਹਨਾਂ ਦੇ ਨਜ਼ਦੀਕ ਇੱਕ ਤਾਂ ਆਰਮੀ ਦਾ ਕੰਟੋਨਮੈਂਟ ਹੈ, ਦੂਸਰਾ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਇੰਡੀਆ ਉਹਨਾਂ ਦਾ ਏਰੀਆ ਹੈ, ਉਹਨਾਂ ਦੀਆਂ ਗਰਾਊਂਡਾਂ ਨੇ, ਉਹਨਾਂ ਗਰਾਊਂਡਾਂ ਦੇ ਵਿੱਚ ਲੋਕਾਂ ਨੂੰ ਪ੍ਰੈਕਟਿਸ ਕਰਨ ਦਾ ਮੌਕਾ ਮਿਲਦਾ ਸੀ ਜਿੱਥੋਂ ਇਹ ਪਲੇਅਰ ਨਿਕਲੇ ਨੇ ਜੀ। ਤੇ ਫਿਰ ਉਤਸ਼ਾਹ, ਔਰ ਮੈਨੂੰ ਉੱਥੇ ਦੇ ਲੋਕਾਂ ਦਾ ਦੱਸਣਾ ਇਹ ਵੀ ਹੈ ਕਿ ਇੱਕ ਵੇਲੇ ਉਹਨਾਂ ਪਿੰਡਾਂ ਦੇ ਵਿੱਚ ਰਵਾਇਤ ਸੀ, ਅਸੀਂ ਦਹੇਜ ਦੀ ਗੱਲ ਕਰਦੇ ਹਾਂ, ਵਿਸ਼ਾ ਤਾਂ ਵੱਖਰਾ ਹੈ, ਉਹ ਕਹਿੰਦੇ ਕਿ ਦਹੇਜ ਦੇ ਵਿੱਚ ਹਾਕੀ ਮੰਗ ਕੇ ਲੈਂਦੇ ਸਨ ਉੱਥੇ ਦੇ ਲੋਕ। ਅਗਰ ਕੋਈ ਲੜਕਾ ਵਿਆਹ ਆਪਣੀ ਲੜਕੀ ਵਿਆਹ ਕੇ ਲਿਆਉਂਦਾ ਸੀ, ਕੀ ਬਾਤ ਹੈ, ਤੇ ਅਗਰ ਕੋਈ ਲੜਕੀ ਜਾਂਦੀ ਸੀ ਤੇ ਉਸ ਨੂੰ ਹਾਕੀ ਸਟਿਕ ਨਾਲ ਦਿੰਦੇ ਸਨ। ਸੋ ਇਹ ਤਾਂ ਗੱਲ ਹੋਈ ਜਜ਼ਬੇ ਦੀ। ਜੀ ਜੀ। ਲੇਕਿਨ ਜਜ਼ਬੇ ਤੋਂ ਬਾਅਦ ਫਿਰ ਦੂਜਾ ਇੱਕ ਹੋਰ ਮੈਂ ਕਾਰਨ ਦੱਸ, ਤੁਸੀਂ ਦੱਸਿਆ ਕਿ ਇਨਫਰਾਸਟ੍ਰਕਚਰ ਦੀ ਘਾਟ ਹੈ ਜਾਂ ਪੈਸ਼ਨ ਦੀ ਘਾਟ ਹੈ, ਕਿ ਕਿੰਨਾ ਕੁ ਸ਼ੌਕ ਹੈ। ਪੈਸ਼ਨ ਦਾ ਕੋਈ ਕਮੀ ਨਹੀਂ ਹੈ, ਟੈਲੈਂਟ ਬਹੁਤ ਹੈ, ਨਾ ਟੈਲੈਂਟ ਦੀ ਕੋਈ ਕਮੀ ਹੈ। ਸਰਕਾਰਾਂ ਦੀ ਗੱਲ ਅਗਰ ਜੇ ਪਹਿਲਾਂ ਕਰ ਲਈਏ ਤੇ ਮੈਨੂੰ ਇਦਾਂ ਲੱਗਦਾ ਕਿ ਜੇ ਅਗਰ, ਕਿਉਂਕਿ ਹੁਣ ਅਸੀਂ ਮੈਡਲ ਟੈਲੀ ਤੁਸੀਂ ਦੱਸ ਕੇ ਹਟੇ, ਹਾਂਜੀ, ਪਹਿਲੇ ਨੰਬਰ ਤੇ ਜਾਪਾਨ, ਦੂਜੇ ਤੀਜੇ ਤੇ ਆਪਣੇ ਰਸ਼ੀਆ ਆ, ਅਮਰੀਕਾ, ਫਿਰ ਆਪਣੇ ਹੋਰ ਫਿਰ ਕੰਟਰੀ। ਸੋ ਕਿਉਂਕਿ ਚਾਈਨਾ ਦੀ ਅਗਰ ਮੈਂ ਤੁਹਾਨੂੰ ਗੱਲ ਦੱਸਦਾ ਕਿ ਅੱਜ ਤੋਂ 20 ਸਾਲ ਪਹਿਲਾਂ ਚਾਈਨਾ ਦੂਜੇ ਤੀਜੇ ਨੰਬਰ ਤੇ ਨਹੀਂ ਹੁੰਦਾ ਸੀ, ਉਸ 6ਵੇਂ 7ਵੇਂ 8ਵੇਂ ਨੰਬਰ ਤੇ ਸੀ। ਜਿਸ ਤਰ੍ਹਾਂ ਸਮੁੱਚੇ ਚਾਈਨਾ ਨੇ ਤਰੱਕੀ ਕੀਤੀ ਹੈ, ਉਸੇ ਤਰ੍ਹਾਂ ਉਹਨਾਂ ਦੀਆਂ ਖੇਡਾਂ ਨੇ ਵੀ ਤਰੱਕੀ ਕੀਤੀ ਹੈ। ਬਿਲਕੁਲ। ਸੋ ਭਾਰਤ ਦੀ ਤਰਾਸਦੀ ਸ਼ਾਇਦ ਇਹ ਹੈ ਕਿ ਜਿੱਥੇ ਮੁਲਕ ਜਾ ਰਿਹਾ ਹੈ, ਖੇਡਾਂ ਦੇ ਵਿੱਚ ਵੀ ਜਿਹੜੇ ਲੋਕ ਜਿਨ੍ਹਾਂ ਨੇ ਸੋਚਣਾ ਹੈ, ਜਿਨ੍ਹਾਂ ਨੇ ਕੰਟਰੀ ਬਾਰੇ ਸੋਚਣਾ, ਉਹਨਾਂ ਦੀ ਖੇਡਾਂ ਬਾਰੇ ਸੋਚਣਾ ਹੈ। ਮੈਨੂੰ ਲੱਗਦਾ ਸੋਚ ਦੀ ਕਮੀ ਹੈ। ਸਾਡੀ ਜਿਹੜੀ ਪੋਲੀਟਿਕਸ ਹੈ, ਸਾਡੀ ਜਿਹੜੀ ਲੀਡਰਸ਼ਿਪ ਹੈ, ਉਹਦੇ ਵਿੱਚ ਇਸ ਤਰ੍ਹਾਂ ਦਾ ਵਿਅਕਤੀ ਕੋਈ ਨਹੀਂ ਹੈ ਜਿਹੜਾ ਇਹ ਸੋਚੇ, ਇਸ ਗੱਲ ਹੀ ਜਿਹੜਾ ਵੋਟਾਂ ਛੱਡ ਦੇਵੇ, ਇਹ ਸੋਚੇ ਕਿ ਸੰਜੀਦਾ ਹੋ ਕੇ ਮੈਂ ਸਪੋਰਟਸ ਦਾ ਕੁਛ ਕਰਨਾ ਹੈ। ਇੱਕ ਹਾਕੀ ਦੇ ਬਹੁਤ ਪੁਰਾਣੇ ਪਲੇਅਰ ਜਿਨ੍ਹਾਂ ਨੇ 4 올림픽ਸ ਦੇ ਵਿੱਚ ਹਿੱਸਾ ਲਿਆ ਔਰ 4 ਚੋਂ 3 ਜਿੱਤੀਆਂ ਨੇ, ਉਹਨਾਂ ਦਾ ਇੱਕ ਵਾਰ ਕਹਿਣਾ ਸੀ ਕਿ ਜਦੋਂ ਇੰਡੀਅਨ ਹਾਕੀ ਟੀਮ ਥੱਲੇ ਜਾ ਰਹੀ ਸੀ ਤੇ ਕਹਿੰਦੇ ਮੈਨੂੰ ਬੁਲਾਇਆ ਗਿਆ ਤੇ ਕਹਿੰਦੇ ਪਹਿਲੇ 15 ਮਿੰਟ ਡਿਸਕਸ਼ਨ ਇਸ ਗੱਲ ਤੇ ਹੋਈ ਕਿ ਪਰ ਪਲੇਅਰ ਅਸੀਂ ਰੋਜ਼ ਦਾ 200 ਰੁਪਈਆ ਖਰਚ ਕਰਨਾ ਹੈ ਕਿ 300 ਖਰਚ ਕਰਨਾ ਹੈ। ਤੇ ਕਹਿੰਦਾ ਮੈਂ ਉਸ ਤੋਂ ਬਾਅਦ ਉੱਠ ਕੇ ਆ ਗਿਆ ਕਿ ਅਗਰ ਤੁਸੀਂ ਇਹ ਡਿਸਕਸ ਕਰਨਾ ਹੈ ਤੇ ਫਿਰ ਮੈਨੂੰ ਜਾਣ ਦਿਓ। ਸੋ ਕੁੱਲ ਮਿਲਾ ਕੇ ਮਲਟੀਪਲ ਕਾਰਨ ਨੇ। ਆਬਾਦੀ ਦੀ ਕੋਈ ਬਹੁਤੀ ਗੱਲ ਨਹੀਂ ਕਿ 60,000 ਲੋਕ ਨੇ ਜਾਂ 1.3 ਬਿਲੀਅਨ ਲੋਕ ਨੇ, ਇਹਦੇ ਵਿੱਚ ਬਹੁਤ ਕੁਝ ਚਾਹੀਦਾ ਹੈ। ਇੰਡੀਆ ਦੇ ਹੁਣੀ ਮੈਂ ਪੜ੍ਹ ਰਿਹਾ ਸੀ ਕਿ ਇੰਡੀਆ ਦੇ ਵਿੱਚ ਜਿਹੜੇ ਸ਼ੂਟਰਸ ਨੇ ਉਹਨਾਂ ਦਾ ਕਾਫੀ ਚੰਗੀ ਸਟੈਂਡਿੰਗ ਹੈ, ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਕਾਰਗੁਜ਼ਾਰੀ ਚੰਗੀ ਆ ਰਹੀ ਹੈ। ਲੇਕਿਨ ਇਸ ਵਾਰ ਪਲੇਅਰ ਜਿਹੜੇ ਗਏ ਨੇ ਉਹਨਾਂ ਦੀ ਕਾਰਗੁਜ਼ਾਰੀ ਜਿਸ ਤਰ੍ਹਾਂ ਐਕਸਪੈਕਟ ਕੀਤਾ ਜਾਂਦਾ ਸੀ ਉਹ ਨਹੀਂ ਹੈ, ਔਰ ਉਹਦਾ ਕਾਰਨ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਜਿਹੜੀ ਪਲੇਅਰਾਂ ਨੂੰ ਜਿਸ ਤਰ੍ਹਾਂ ਦੀਆਂ ਸਹੂਲਤਾਂ ਦੀ ਲੋੜ ਸੀ ਉਹ ਨਹੀਂ ਮਿਲੀਆਂ। ਸ਼ੂਟਿੰਗ ਰੇਂਜ ਹੁੰਦੀਆਂ ਨੇ, ਇਕਵਿਪਮੈਂਟ ਹੁੰਦਾ ਵਾ, ਉਹਨਾਂ ਦੇ ਕੋਚ, ਹਾਂਜੀ, ਉਹਨਾਂ ਦੇ ਇੱਕ ਵਿਅਕਤੀ ਜਿਹੜੇ ਉਸ ਦਲ ਦੇ ਨਾਲ ਗਏ ਨੇ, ਉਹਨਾਂ ਦਾ ਕਹਿਣਾ ਸੀ ਕਿ ਅਸੀਂ
7 ਲੋਕਾਂ ਦੀ ਮੰਗ ਕੀਤੀ ਸੀ ਕਿ ਸਾਨੂੰ 7 ਬੰਦੇ ਚਾਹੀਦੇ ਨੇ, ਜਿਹਦੇ ਵਿੱਚ ਕੋਚਿਸ ਤਾਂ ਹੋਰ ਫਿਜ਼ੀਓਥੈਰੇਪਿਸਟ ਵਗੈਰਾ। ਲੇਕਿਨ ਉਹ ਕਹਿੰਦੇ ਨੇ ਕਿ ਇੱਕ ਬਹੁਤ ਅਹਿਮ ਵਿਅਕਤੀ ਹੁੰਦਾ ਜਿਹੜਾ ਸਾਈਕੋਲੋਜਿਸਟ ਹੁੰਦਾ ਹੈ ਨਿਸ਼ਾਨ, ਕਿਉਂਕਿ ਹੁਣ ਸਾਨੂੰ ਨਹੀਂ ਪਤਾ, ਲੇਕਿਨ ਜਿਹੜੇ ਮਾਹਰ ਨੇ ਉਹਨਾਂ ਨੂੰ ਪਤਾ ਹੈ ਕਿ ਨਿਸ਼ਾਨੇਬਾਜ਼ ਲਈ ਸਾਈਕੋਲੋਜੀ ਕਿੱਡੀ ਵੱਡੀ ਚੀਜ਼ ਆ। ਉਹ ਕਹਿੰਦੇ ਨੇ ਸਾਨੂੰ ਕੋਈ ਸਾਈਕੋਲੋਜਿਸਟ ਹੀ ਨਹੀਂ ਮਿਲਿਆ। ਸੋ ਅਗਰ ਜਿਹੜਾ ਕੰਟਰੀ ਇੰਨਾ ਵਿਸ਼ਾਲ ਹੈ, ਅਗਰ ਉਹ ਇੱਕ ਸਾਈਕੋਲੋਜਿਸਟ ਆਪਣੇ ਨਿਸ਼ਾਨੇਬਾਜ਼ਾਂ ਨੂੰ ਨਹੀਂ ਦੇ ਸਕਦਾ ਤਾਂ ਫਿਰ ਅਸੀਂ ਉਮੀਦ ਕਿਸ ਤੋਂ ਕਰਦੇ ਹਾਂ। ਬਿਲਕੁਲ। ਤੇ ਥੋੜੀ ਜੀ ਗੱਲ ਆਪਾਂ ਤੁਰਦੇ ਕੈਨੇਡਾ ਬਾਰੇ ਵੀ ਗੱਲ ਕਰ ਲਈਏ। ਹਾਂਜੀ, ਕਿ ਇੱਕ ਸੋਮਵਾਰ ਤੇ ਇੱਕ ਅੱਜ ਮੰਗਲਵਾਰ ਬਿਲਕੁਲ 2 골ਡ ਮੈਡਲ ਆਏ ਨੇ ਜੀ। ਪਹਿਲਾ ਆਇਆ ਸੀਗਾ ਮੈਗੀ ਮੈਕਨੀਲ, ਉਹਨਾਂ ਨੇ ਬਟਰਫਲਾਈ ਜਿਹੜੀ ਸਵਿਮਿੰਗ ਆ 100 ਮੀਟਰ ਦੀ ਉਹਦੇ ਵਿੱਚ ਜਿੱਤਿਆ। ਤੇ ਅੱਜ ਦੂਜਾ ਆ ਗਿਆ ਜੀ ਵੇਟ ਲਿਫਟਿੰਗ ਦੇ ਵਿੱਚ। ਸੋ ਇਹ ਵੀ ਇੱਕ ਖੁਸ਼ਖਬਰੀ ਹੈ ਕੈਨੇਡਾ। ਬਿਲਕੁਲ ਜੀ, ਮੈਨੂੰ ਲੱਗਦਾ ਕੈਨੇਡਾ ਦੇ ਵਿੱਚ ਹੋਰ ਵੀ ਮੈਡਲ ਆਉਣਗੇ ਔਰ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਕੈਨੇਡਾ ਵੱਧ ਤੋਂ ਵੱਧ ਮੈਡਲ ਲੈ ਕੇ ਆਵੇ ਜੀ। ਫਿਰ ਬ੍ਰੇਕ ਲੈ ਲਈਏ ਜੀ, ਹੁਣ ਸਮਾਂ ਹੋ ਗਿਆ। ਤੇ ਤੁਸੀਂ ਦੇਖ ਰਹੇ ਹੋ ਜੀ ਪ੍ਰੋਗਰਾਮ ਬੈਡਮਿੰਟਨ ਡਾਇਰੀ। ਜਲਦ ਹਾਜ਼ਰ ਹੋਣੇ ਆ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ। ਭਾਜੀ ਮੁੜ ਜੀ ਆਏ ਨੂੰ ਮਿਹਰਬਾਨੀ ਜੀ। ਹੁਣ ਅਸੀਂ ਅਲਬਰਟਾ ਦੇ ਵਿੱਚ ਜੋ ਕੋਵਿਡ ਦੇ ਹਾਲਾਤ ਨੇ ਉਹਨਾਂ ਬਾਰੇ ਥੋੜੀ ਜਿਹੀ ਸੰਖੇਪ ਦੇ ਵਿੱਚ ਗੱਲਬਾਤ ਕਰਦੇ ਹਾਂ। ਠੀਕ ਹੈ ਜੀ। ਪਹਿਲਾਂ ਗੱਲਬਾਤ ਕਰ ਲੈਂਦੇ ਹਾਂ ਜੀ ਕਿ ਇਸ ਵੇਲੇ ਜਿਹੜੇ ਐਕਟਿਵ ਕੇਸਿਸ ਨੇ 1173 ਨੇ ਅਲਬਰਟਾ ਦੇ ਵਿੱਚ। ਠੀਕ ਹੈ ਜੀ। ਜੇਕਰ ਗੱਲ ਕਰੀਏ ਹਸਪੀਟਲਾਈਜੇਸ਼ਨ ਦੀ, 82 ਲੋਕ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਜਿਨ੍ਹਾਂ ਵਿੱਚੋਂ 21 ICU ਦੇ ਵਿੱਚ ਨੇ। ਅੱਛਾ ਜੀ। ਗੰਭੀਰ ਹਾਲਤ ਬਣੀ ਹੋਈ ਹੈ। ਠੀਕ ਹੈ। ਹੁਣ ਵੈਕਸੀਨੇਸ਼ਨ ਦੀ ਗੱਲ ਕਰਦੇ ਹਾਂ ਜੀ। 75.5% ਜਿਹੜੇ ਅਲਬਰਟਨਸ ਨੇ ਜਿਨ੍ਹਾਂ ਦੀ ਉਮਰ 12 ਸਾਲ ਜਾਂ ਇਸ ਤੋਂ ਵੱਧ ਆ, ਜਿਹੜੇ ਐਲੀਜੀਬਲ ਨੇ, ਉਹਨਾਂ ਨੂੰ ਘੱਟੋ ਘੱਟ 1 ਡੋਜ਼ ਜਿਹੜੀ ਆ ਵੈਕਸੀਨ ਦੀ ਲੱਗ ਚੁੱਕੀ ਹੈ। ਠੀਕ ਹੈ ਜੀ। ਲਗਭਗ 64% 63.9 ਆ, ਹਾਂਜੀ, ਉਹਨਾਂ ਨੂੰ ਦੋਨੋਂ ਡੋਸਿਸ ਲੱਗ ਚੁੱਕੀਆਂ ਨੇ ਜੀ। ਸੋ ਕਾਫੀ ਵਧੀਆ ਰਫਤਾਰ ਦੇ ਨਾਲ ਜਿਹੜੀ ਵੈਕਸੀਨੇਸ਼ਨ ਆ ਮੈਨੂੰ ਲੱਗਦਾ ਅਲਬਰਟਾ ਦੇ ਵਿੱਚ ਹੋ ਰਹੀ ਆ। ਬਿਲਕੁਲ। ਤੇ ਇਹਦੇ ਉੱਪਰ ਕੀ ਟਿੱਪਣੀ ਕਰਨੀ ਚਾਹੋਗੇ? ਦੇਖੋ ਜੀ, ਬਿਨਾਂ ਸ਼ੱਕ ਅਲਬਰਟਾ ਤੇ ਸਮੁੱਚਾ ਕੈਨੇਡਾ ਜੀ ਵੈਕਸੀਨੇਸ਼ਨ ਦੇ ਵਿੱਚ, ਕਿਉਂਕਿ ਆਪ ਜੀ ਨੂੰ ਯਾਦ ਹੋਵੇਗਾ, ਸਾਡੇ ਜਿਹੜੇ ਵਿਊਅਰ ਨੇ ਉਹਨਾਂ ਨੂੰ ਵੀ ਯਾਦ ਹੋਵੇਗਾ ਕਿ ਜਿਉਂ ਹੀ ਵੈਕਸੀਨ ਦੀ ਰੋਲ ਆਊਟ ਹੋਈ ਸੀ ਤੇ ਖਾਸ ਕਰਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਨਾਂ ਦਾ ਬੜਾ ਕ੍ਰਿਟਿਸਿਜ਼ਮ ਹੋਇਆ ਸੀ ਕਿ ਉਹਨਾਂ ਨੇ ਮੌਕੇ ਸਿਰ ਵੈਕਸੀਨ ਆਰਡਰ ਨਹੀਂ ਕੀਤੀ, ਵੈਕਸੀਨ ਡਿਲੇ ਹੋ ਰਹੀ ਹੈ ਜੀ। ਲੇਕਿਨ ਸਮਹਾਊ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਕੋਈ ਤਿਗੜਮਬਾਜ਼ੀ ਲੜਾ ਕੇ, ਕਿਉਂਕਿ ਕੈਨੇਡਾ ਦੇ ਵਿੱਚ ਕੋਈ ਵੈਕਸੀਨ ਜਿਹੜੀ ਆ ਉਹ ਪ੍ਰੋਡਕਸ਼ਨ ਨਹੀਂ ਪ੍ਰੋਡਿਊਸ ਹੋਈ, ਸਾਰੂ ਬਾਹਰ ਆਪਣੀ ਮੰਗਾਈ ਗਈ ਹੈ। ਲੇਕਿਨ ਇਸ ਵੇਲੇ ਹਾਲਾਤ ਇਹ ਨੇ ਕਿ USA ਜਿਹੜਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਵੈਕਸੀਨ ਲਵਾਉਣ ਵਾਲਿਆਂ ਦੀ ਪਰਸੈਂਟੇਜ ਉੱਥੇ ਕਾਫੀ ਅੱਗੇ ਸੀ, ਲੇਕਿਨ ਹੁਣ ਕੈਨੇਡਾ ਜਿਹੜੇ ਦੁਨੀਆ ਦੇ ਮੋਹਰੀ ਮੁਲਕ ਨੇ ਉਹਨਾਂ ਦੇ ਵਿੱਚ ਆ ਰਿਹਾ ਜੀ। ਅਲਬਰਟਾ ਸੇਮ ਹੈ ਜੀ। ਅਲਬਰਟਾ ਦੇ ਵਿੱਚ ਵੀ ਬੜੀ ਚੰਗੀ ਪ੍ਰੋਗਰੈਸ ਹੋਈ ਹੈ। ਪਹਿਲਾਂ ਥੋੜ੍ਹੇ ਜਿਹੇ ਕੁਝ ਖਦਸ਼ੇ ਜਿਹੜੇ ਨੇ ਉਹ ਕੈਨੇਡਾ 'ਚ ਪ੍ਰਗਟਾਏ ਜਾ ਰਹੇ ਸੀ, ਕਿਉਂਕਿ ਇੱਕ ਸੋਚ ਬਣੀ ਸਮੁੱਚੇ ਵੈਸਟਰਨ ਵਰਲਡ ਦੇ ਵਿੱਚ ਕਿ ਜਿਹੜੇ ਕੰਜ਼ਰਵੇਟਿਵ ਵਿਚਾਰਾਂ ਵਾਲੇ ਲੋਕ ਨੇ ਉਹ ਸ਼ਾਇਦ ਵੈਕਸੀਨ ਲਗਵਾਉਣ ਤੋਂ ਜਾਂ ਇਸ ਮਹਾਮਾਰੀ ਨੂੰ ਮਹਾਮਾਰੀ ਮੰਨਣ ਤੋਂ ਹੀ ਇਨਕਾਰੀ ਹੋ ਰਹੇ ਸਨ ਜੀ। ਲੇਕਿਨ ਉਹਦੇ ਵਿੱਚ ਤਬਦੀਲੀ ਹੋਈ ਹੈ। ਮੈਂ ਕਹਾਂਗਾ ਕਿ ਕੈਨੇਡਾ ਦੇ ਵਿੱਚ ਜਿਹੜੀ ਇਹਨੂੰ ਮੈਂ ਇਹ ਕਹਾਂ ਕਿ ਸੈਂਸ ਆਫ ਜਿਹੜੀ ਹੈ ਕਿ ਅੰਡਰਸਟੈਂਡਿੰਗ ਉਹ ਡਿਵੈਲਪ ਹੋਈ ਹੈ, ਜਿਹਦਾ ਕਿ ਅਸੀਂ ਸਾਰੇ ਲਾਭ ਲੈ ਰਹੇ ਹਾਂ। ਅਲਬਰਟਾ ਵੀ ਲਾਭ ਲੈ ਰਿਹਾ। ਅਸੀਂ ਇਸ ਤੋਂ ਪਹਿਲੇ ਸੈਗਮੈਂਟ 'ਚ ਗੱਲ ਕਰ ਚੁੱਕੇ ਕਿ ਕਿਸ ਤਰ੍ਹਾਂ ਜਿਹੜੀ ਹੁਣ ਆਪਣੇ ਖੁੱਲ੍ਹ ਮਿਲੀ ਹੈ ਜਾਂ ਕਿਸ ਤਰ੍ਹਾਂ ਸਾਰੇ ਜਿਹੜੀਆਂ ਰਿਸਟ੍ਰਿਕਸ਼ਨਾਂ ਹਟੀਆਂ ਨੇ, ਅਸੀਂ ਸਾਰੇ ਉਹਨਾਂ ਦਾ ਰਲ ਕੇ ਆਨੰਦ ਮਾਣ ਰਹੇ ਹਾਂ ਜੀ। ਤੁਹਾਨੂੰ ਯਾਦ ਹੋਏਗਾ ਭਾਜੀ ਵੀ ਜਦੋਂ ਅਲਬਰਟਾ ਦੀ ਵੈਕਸੀਨੇਸ਼ਨ ਪਹਿਲੀ ਡੋਜ਼ ਦੀ ਗੱਲ ਕਰ ਰਿਹਾ ਮੈਂ, ਹਾਂਜੀ, ਲਗਭਗ 67-68% ਸੀ। ਤੇ ਅਲਬਰਟਾ ਸਰਕਾਰ ਵੱਲੋਂ, ਕੇਂਦਰੀ ਸਰਕਾਰ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਇੱਕ ਓਪਨ ਫॉर ਸਮਰ ਲੋਟਰੀ ਡਿਕਲੇਅਰ ਕੀਤੀ ਗਈ ਵੀ 3 ਡਰਾਅ ਕੱਢਾਂਗੇ। ਹਾਂਜੀ, ਮਿਲੀਅਨ ਡਾਲਰ ਦੇ ਹੋਣਗੇ। ਬਿਲਕੁਲ। ਇੱਕ ਡਰਾਅ ਜਿਹੜਾ ਜੀ ਜੁਲਾਈ 1 ਨੂੰ ਕੈਨੇਡਾ ਦੇ ਤੇ ਡਿਕਲੇਅਰ ਕਰ ਦਿੱਤਾ ਗਿਆ। ਹਾਂਜੀ। ਤੇ ਦੂਜਾ ਤੇ ਤੀਜਾ ਜਿਹੜਾ ਵਾ ਉਹ ਅਗਸਤ ਸਤੰਬਰ ਦੇ ਵਿੱਚ ਹੋਣਾ ਵਾ। ਠੀਕ ਹੈ। ਤੋ ਕੁਝ ਬੇਨਤੀ ਕਰ ਸਕਦੇ ਹਾਂ ਜੀ ਆਪਾਂ ਆਪਣੇ ਦਰਸ਼ਕਾਂ ਨੂੰ? ਬਿਨਾਂ ਸ਼ੱਕ ਜੀ। ਦੇਖੋ ਜੀ, ਅਗਰ ਇੱਕ ਅਸੀਂ ਪੰਜਾਬੀ 'ਚ ਕਹਿੰਦੇ ਨਾਲੇ ਪੁੰਨ ਤੇ ਨਾਲੇ ਫਲੀਆਂ। ਬਿਲਕੁਲ। ਵੈਕਸੀਨ ਲਗਵਾਓ ਵੀ, ਅਗਰ ਤੁਸੀਂ ਸਟਿਲ ਰਹਿ ਗਏ ਹੋ ਤੇ ਦੂਸਰੇ ਨਾਲ ਤੁਸੀਂ ਆਪਣਾ ਡਰਾਅ ਦੇ ਵਿੱਚ ਨਾਮ ਵੀ ਐਂਟਰ ਕਰੋ ਜੀ, ਕੋਈ ਪਤਾ ਨਹੀਂ। ਬਿਲਕੁਲ ਜੀ, ਕੋਈ ਪਤਾ ਨਹੀਂ ਹੈ, ਤੁਸੀਂ ਵੀ ਮਿਲੀਅਨਰ ਬਣ ਸਕਦੇ ਜੀ। ਮਿਲੀਅਨਰ ਬਣ ਸਕਦੇ ਨੇ। ਤੇ ਹੁਣ ਇੱਕ ਹੋਰ ਅਹਿਮ ਗੱਲਬਾਤ ਹੈਗੀ ਆ ਜੀ ਕਿ ਅਲਬਰਟਾ ਸਰਕਾਰ ਵੱਲੋਂ 25 ਤਰੀਕ ਨੂੰ 2-3 ਦਿਨ ਹੋਏ ਆ, ਹਾਂਜੀ, ਇੱਕ ਫੈਸਲਾ ਲਿਆ ਗਿਆ ਕਿ ਜਿਹੜੀਆਂ ਆਰਥੋਪੈਡਿਕ ਸਰਜਰੀਜ਼ ਨੇ, ਹਾਂਜੀ, ਉਹਨਾਂ ਨੂੰ ਜਿਹੜਾ ਪ੍ਰਾਈਵੇਟ ਫੈਸਿਲਿਟੀਜ਼ ਨੂੰ ਸੌਂਪਣ ਦੀ ਗੱਲਬਾਤ ਕੀਤੀ ਗਈ ਹੈ। ਹਾਂਜੀ, ਇਸ ਨੂੰ ਤੁਸੀਂ ਕਿਵੇਂ ਦੇਖਦੇ ਜੀ? ਦੇਖੋ, ਗੱਲ ਇਹ ਜੀ ਕਿ ਇਹ ਵਿਸ਼ਾ, ਚਲੋ ਅਗਰ ਅਸੀਂ ਇੰਨੀ ਹੀ ਗੱਲ ਕਰੀਏ ਕਿ ਆਰਥੋਪੈਡਿਕਸ, ਜਿਨ੍ਹਾਂ ਨੂੰ ਜੋੜਾਂ ਦੇ ਜਾਂ ਹੱਡੀਆਂ ਦੇ, ਜਿਹਦੇ ਵਿੱਚ ਅਸੀਂ ਅਕਸਰ ਬਹੁ ਗਿਣਤੀ ਜਿਹੜੀ ਆ ਉਹ
ਗੋਡਿਆਂ ਦਾ ਜਿਹੜਾ ਗੋਡਿਆਂ ਦੀ ਰਿਪਲੇਸਮੈਂਟ ਦੀ ਗੱਲ ਹੈ ਜਾਂ ਉਹਨਾਂ ਦਾ ਜਾਂ ਹਿਪਸ ਦੀ ਰਿਪਲੇਸਮੈਂਟ ਦੀ ਗੱਲ ਹੈ। ਸੋ ਇਹਨਾਂ ਦੇ ਵਿੱਚ ਅਗਰ ਇਸ ਦੀ ਗੱਲ ਕਰੀਏ, ਕਿਉਂਕਿ ਇਹ ਫਿਲਹਾਲ ਜਿਹੜੀ ਖਬਰ ਹੈ ਇਸੇ ਨਾਲ ਸੰਬੰਧਿਤ ਹੈ ਕਿ ਆਰਥੋਪੈਡਿਕਸ ਦੀ ਜਿਹੜੀਆਂ ਸਰਜਰੀਆਂ ਨੇ ਉਹ ਪ੍ਰਾਈਵੇਟ ਕਲੀਨਿਕ ਨੂੰ ਦਿੱਤੀਆਂ ਦੇਣ ਦੀ ਗਵਰਨਮੈਂਟ ਯਤਨ ਕਰ ਰਹੀ ਹੈ, ਰਾਦਰ ਦੇ ਰਹੀ ਹੈ, ਔਰ ਲੇਕਿਨ ਫੰਡਿੰਗ ਗਵਰਨਮੈਂਟ ਕਰ ਰਹੀ ਹੈ। ਬਿਲਕੁਲ ਫੰਡਿੰਗ ਗਵਰਨਮੈਂਟ ਕਰ ਰਹੀ ਹੈ, $13 ਮਿਲੀਅਨ ਖਰਚਣਾ, ਤਕਰੀਬਨ $13 ਮਿਲੀਅਨ ਉਹਨਾਂ ਨੇ ਖਰਚਣਾ ਹੈ। ਮੇਰਾ ਖਿਆਲ ਹੈ ਕਿ ਜਿਨ੍ਹਾਂ ਲੋਕਾਂ ਨੂੰ, ਕਿਉਂਕਿ ਉਹਨਾਂ ਨੇ ਕਾਰਨ ਇਹ ਦੱਸਿਆ ਕਿ ਜਿਹੜੇ ਵੇਟ ਟਾਈਮ ਨੇ ਉਹ ਕਾਫੀ ਵੱਧ ਨੇ, ਤਕਰੀਬਨ 10,000 ਦੇ ਕਰੀਬ ਲੋਕ ਜਿਹੜੇ ਨੇ ਉਹ ਨੀ ਸਰਜਰੀ ਕਰਾਉਣ ਲਈ ਵੇਟ ਕਰ ਰਹੇ ਨੇ। ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਅਹਿਮ ਗੱਲ, ਜਿਹੜਾ ਕਾਰਨ ਦੱਸਿਆ ਗਿਆ, ਉਹ ਕਹਿੰਦੇ ਨੇ ਕਿ ਅਕਸਰ ਅਸੀਂ ਕਹਿੰਦੇ ਹਾਂ ਕਿ ਜਦੋਂ ਕੋਈ ਸਰਜਰੀ ਕਰਾਉਣ ਜਾਂਦਾ ਉਹ ਕਹਿੰਦੇ ਨੇ ਤੈਨੂੰ 2 ਸਾਲ ਲੱਗਣਗੇ, ਤੈਨੂੰ 1.5 ਸਾਲ ਲੱਗੇਗਾ। ਲੇਕਿਨ ਇੱਕ ਮੈਡੀਕਲ ਟਰਮ ਦੇ ਵਿੱਚ ਇੱਕ ਕਲੀਨਿਕਲੀ ਅਪਰੂਵਡ ਟਾਈਮ ਹੈ, ਕਿਉਂਕਿ ਤੁਸੀਂ ਹਰ ਬਿਮਾਰੀ ਨੂੰ ਨਹੀਂ ਕਹਿ ਸਕਦੇ ਕਿ ਤੂੰ, ਕਿਉਂਕਿ ਅਗਰ ਕਿਸੇ ਦੇ ਗੋਡੇ ਨੂੰ ਅਗਰ 20 ਜਾਂ 30% ਪ੍ਰੋਬਲਮ ਹੈ, ਅਗਰ ਉਸ ਨੂੰ ਤੁਸੀਂ 1 ਸਾਲ ਵੇਟ ਕਰਨ ਨੂੰ ਕਹਿੰਦੇ ਹੋ ਤੇ ਹੋ ਸਕਦਾ ਹੈ ਉਹਦੇ ਨਾਲ ਉਹਦਾ ਕੁਝ ਹੋਰ ਨੁਕਸਾਨ, ਪ੍ਰੋਬਲਮ 70-80% ਤੱਕ ਪਹੁੰਚ ਜਾਏ, 70-80 ਜਾਂ ਉਹਦਾ ਕੋਈ ਹੋਰ ਅੰਗ ਜਿਹੜਾ ਉਸ ਤੇ ਅਸਰ ਪਵੇ। ਬਿਲਕੁਲ। ਸੋ ਜਿਹੜੀਆਂ 10,000 ਨੀ ਰਿਪਲੇਸਮੈਂਟ ਵਾਲੀਆਂ ਸਰਜਰੀ ਨੇ, ਉਹਦੇ ਵਿੱਚੋਂ 40% ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਅਗਰ ਜ਼ਿਆਦਾ ਡਿਲੇ ਕੀਤੀ ਜਾਂਦੀ ਹੈ ਤੇ ਫਿਰ ਉਹਨਾਂ ਦਾ ਨੁਕਸਾਨ ਹੋ ਸਕਦਾ। ਇਹ ਤਰਕ ਸਰਕਾਰ ਨੇ ਦਿੱਤਾ ਹੈ ਕਿ ਅਸੀਂ ਇਸ ਕਰਕੇ ਪ੍ਰਾਈਵੇਟ ਵਾਲੇ ਪਾਸੇ ਜਾ ਰਹੇ ਹਾਂ। ਇਹ ਗੱਲ ਸੁਣਨ ਨੂੰ ਤੇ ਦੇਖਣ ਨੂੰ ਬੜੀ ਸਹੀ ਲੱਗਦੀ ਹੈ, ਲੇਕਿਨ ਇਸ ਦੇ ਉਲਟ ਵੀ ਕੁਝ ਲੋਕ ਨੇ ਜਿਹੜੇ ਇਸ ਗੱਲ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ, ਇਸ ਗੱਲ ਨੂੰ ਲੈ ਕੇ ਸਰਕਾਰ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਅੰਦਰ ਖਾਤੇ ਸਰਕਾਰ ਜਿਹੜੀ ਹੈ ਇਹ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਹੈਲਥ ਕੇਅਰ ਦੇ ਵਿੱਚ ਲਿਆਉਣਾ ਚਾਹੁੰਦੀ ਹੈ। ਬਿਲਕੁਲ। ਖਾਸ ਕਰਕੇ ਜਿਹੜੀ ਆਪਣੇ ਮੈਡੀਕਲ ਜਿਹੜੀ ਐਸੋਸੀਏਸ਼ਨ ਹੈ ਅਲਬਰਟਾ ਦੀ ਜਿਹੜੀ ਯੂਨੀਅਨ ਹੈ, ਉਹਨਾਂ ਨੇ ਇਸ ਦਾ ਕ੍ਰਿਟੀਸਿਜ਼ਮ ਕੀਤਾ। ਉਹ ਕਹਿੰਦੇ ਨੇ ਕਿ ਤੁਸੀਂ ਆਪਣਾ ਜਿਹੜਾ ਅਲਬਰਟਾ ਹੈਲਥ ਕੇਅਰ ਦੀ ਜਿਹੜੀ ਫੰਡਿੰਗ ਹੈ ਉਸ ਨੂੰ ਤੁਸੀਂ ਘਟਾ ਰਹੇ ਹੋ, ਉਸ ਦੇ ਵਿੱਚੋਂ ਬੰਦਿਆਂ ਨੂੰ ਤੁਸੀਂ ਕੱਢ ਰਹੇ ਹੋ, ਲੇਕਿਨ ਤੁਸੀਂ ਪ੍ਰਾਈਵੇਟ ਨੂੰ ਪੈਸੇ ਦੇ ਰਹੇ ਹੋ। ਔਰ ਅਸੀਂ ਜਾਣਦੇ ਵੀ ਹਾਂ, ਪਿੱਛੇ ਜਿਹੇ ਖਬਰਾਂ ਆਈਆਂ ਸਨ ਕਿ ਅਲਬਰਟਾ ਦੇ ਵਿੱਚ ਜਿਹੜੇ ਹਸਪੀਟਲ ਨੇ ਉਹਨਾਂ ਦੇ ਵਿੱਚ ਜਿਹੜੇ ਐਮਰਜੈਂਸੀ ਨੇ, ਕ੍ਰਿਟੀਕਲ ਕੇਅਰ ਦੇ ਬੈੱਡ ਨੇ, ਉਹਨਾਂ ਦੀ ਗਿਣਤੀ ਘਟਾਈ ਜਾ ਰਹੀ ਹੈ। ਬਿਲਕੁਲ। ਔਰ ਨਰਸਾਂ ਦੀ ਗਿਣਤੀ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਸੋ ਇਹ ਠੀਕ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਰਜਰੀ ਦੀ ਲੋੜ ਹੈ ਉਹ ਸੁੱਖ ਦਾ ਸਾਹ ਲੈਣਗੇ, ਉਹਨਾਂ ਲਈ ਚੰਗੀ ਗੱਲ ਹੈ। ਲੇਕਿਨ ਕੁੱਲ ਮਿਲਾ ਕੇ ਮੈਨੂੰ ਵੀ ਇਹ ਲੱਗਦਾ ਕਿ ਸਰਕਾਰ ਜਿਹੜੀ ਹੈ ਅੰਦਰ ਖਾਤੇ ਨੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪ੍ਰਾਈਵੇਟ ਹੈ ਉਹਨਾਂ ਨੂੰ ਪੈਰ ਰੱਖਣ ਦਾ ਇੱਕ ਮੌਕਾ ਦੇ ਰਹੀ। ਬਿਲਕੁਲ। ਜਿਵੇਂ ਤੁਸੀਂ ਜ਼ਿਕਰ ਕੀਤਾ ਜੀ ਕਿ 10,000 ਜਿਹੜੇ ਆ ਉਹ ਲੋਕ ਸਿਰਫ ਨੀ ਦੀਆਂ ਸਰਜਰੀ, ਗੋਡਿਆਂ ਦੀਆਂ ਸਰਜਰੀ ਦੀ ਵੇਟ ਕਰ ਰਹੇ ਆ। ਹਾਂਜੀ। ਇਸੇ ਤਰ੍ਹਾਂ 3500 ਲੋਕ ਨੇ ਜਿਨ੍ਹਾਂ ਦੀ ਹਿਪ ਸਰਜਰੀਜ਼ ਹੋਣੀਆਂ ਨੇ। ਬਿਲਕੁਲ। ਸੋ ਆਸ ਕਰਦੇ ਹਾਂ ਕਿ ਜਿਹੜਾ ਨਵਾਂ ਇਹ ਪ੍ਰਪੋਜ਼ਲ ਹੈ, ਨੋ ਡਾਊਟ ਇਹਦੀਆਂ ਕੁਝ ਖਾਮੀਆਂ ਵੀ ਹੋਣਗੀਆਂ, ਕ੍ਰਿਟਿਸਿਜ਼ਮ ਵੀ ਹੋਵੇਗੀ। ਹਾਂਜੀ। ਪਰ ਆਸ ਕਰਦੇ ਹਾਂ ਵੀ ਜਿਹੜਾ ਵੇਟਿੰਗ ਪੀਰੀਅਡ ਘਟੇਗਾ ਔਰ ਜਿਹੜਾ ਬੈਕਲੌਗ ਆ ਉਹ ਕਿਤੇ ਨਾ ਕਿਤੇ ਕਲੀਅਰ ਹੋਵੇਗਾ ਇਹਦੇ ਨਾਲ। ਬਿਨਾਂ ਸ਼ੱਕ ਜੀ ਬੈਕਲੌਗ ਘਟੇਗਾ। ਜਿਹਨਾਂ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਅਗਰ ਟਾਈਮਲੀ ਇਲਾਜ ਮਿਲਦਾ ਤਾਂ ਬਹੁਤ ਚੰਗੀ ਗੱਲ ਹੈ। ਲੇਕਿਨ ਅਗਰ ਸਰਕਾਰ ਦਾ ਮਨਸ਼ਾ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਡਿਸਕਰੇਜ ਕਰਨਾ ਹੈ ਤੇ ਅਸੀਂ ਉਹਨਾਂ ਨੂੰ ਇਹ ਪ੍ਰਮੋਟ ਕਰਨਾ ਕਿ ਪ੍ਰਾਈਵੇਟ ਵਾਲੇ ਪਾਸੇ ਜਾਓ, ਤੇ ਇਹ ਸ਼ਾਇਦ ਕੋਈ ਬਹੁਤ ਚੰਗੀ ਗੱਲ ਨਹੀਂ ਹੈ। ਇਹ ਤਾਂ ਡਿਪੈਂਡ ਕਰਦਾ ਜੀ ਕਿ ਗਵਰਨਮੈਂਟ ਦੀ ਇੰਟੈਂਸ਼ਨ ਕੀ। ਬਿਲਕੁਲ। ਹਾਂਜੀ। ਅਗਲਾ ਜਿਹੜਾ ਮੁੱਦਾ ਵਾ ਜੀ, ਕੈਥਰੀਨ ਮੈਕੇਨਾ ਇਨਫਰਾਸਟਰਕਚਰ ਮਿਨਿਸਟਰ ਨੇ ਕੈਨੇਡਾ ਦੀ ਫੈਡਰਲ ਗਵਰਨਮੈਂਟ ਦੇ। ਹਾਂਜੀ। ਉਹ ਅੱਜ ਆਏ ਸੀ ਇੱਥੇ। ਠੀਕ ਹੈ ਜੀ। ਔਰ ਉਹਨਾਂ ਨੇ ਇੱਕ $400 ਮਿਲੀਅਨ ਦੀ, ਵੈਸੇ ਤਾਂ ਜਿਹੜੀ ਇਹ ਗ੍ਰਾਂਟ ਆ ਪਹਿਲਾਂ ਹੀ ਅਪਰੂਵ ਕਰ ਦਿੱਤੀ ਗਈ ਸੀ, ਪਰ ਉਹਨੂੰ ਹਰੀ ਝੰਡੀ ਜਿਹੜੀ ਆ ਅੱਜ ਦਿੱਤੀ ਗਈ ਆ। ਠੀਕ ਹੈ। ਉਹਦੇ ਰਾਹੀਂ ਜੀ ਸਿਟੀ ਦੀ ਕੈਪੀਟਲ ਲਾਈਨ ਬਣੇਗੀ। ਹਾਂਜੀ। ਰੇਲਵੇ ਲਾਈਨ, ਜਿਹਨੂੰ ਆਪਾਂ LRT ਕਹਿੰਦੇ ਨੇ, ਸੈਂਚੁਰੀ ਪਾਰਕ ਤੋਂ ਚੱਲੇਗੀ ਤੇ ਐਲਰਜੀ ਰੋਡ ਤੱਕ ਜਾਵੇਗੀ। ਠੀਕ ਹੈ ਜੀ। ਕਿਹਾ ਜਾ ਰਿਹਾ ਕਿ ਜੀ 9500 ਕੰਸਟਰਕਸ਼ਨ ਜੌਬਸ ਨਿਕਲ ਗਈਆਂ ਔਰ 2,69,000 ਟਨ ਜਿਹੜਾ ਗ੍ਰੀਨ ਹਾਊਸ ਗੈਸਿਸ ਦਾ ਇਮਿਸ਼ਨ ਆ ਉਹ ਵੀ ਘਟੇਗਾ। ਠੀਕ ਹੈ। ਇਸ ਪ੍ਰੋਜੈਕਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਲੱਗਦਾ ਤੁਹਾਨੂੰ, ਕੀ ਇਹਦੀਆਂ ਪੋਜ਼ਿਟਿਵ ਜਾਂ ਨੈਗੇਟਿਵ ਇੰਪਲੀਕੇਸ਼ਨਸ ਹੋ ਸਕਦੀਆਂ ਨੇ ਐਡਮਿੰਟਨ ਵਾਸੀਆਂ ਲਈ? ਦੇਖੋ ਜੀ, ਬਿਨਾਂ ਸ਼ੱਕ ਜਿਵੇਂ ਤੁਸੀਂ ਦੱਸਿਆ ਕਿ ਪੈਸਾ ਖਰਚ ਕੀਤਾ ਜਾ ਰਿਹਾ, ਪੈਸਾ ਖਰਚ ਹੋਏਗਾ, ਲੋਕਾਂ ਨੂੰ ਕੰਮ ਮਿਲੇਗਾ ਜੀ। ਬਿਨਾਂ ਸ਼ੱਕ ਇਹਦੇ ਵਿੱਚ ਬਹੁਤ ਚੰਗੀ ਗੱਲ ਜੀ। ਕਿਸੇ ਨੂੰ ਡਿਜ਼ਾਈਨ ਦੇ ਵਿੱਚ ਕੰਮ ਮਿਲੇਗਾ, ਕਿਸੇ ਨੂੰ ਕੰਸਟਰਕਸ਼ਨ ਦੇ ਵਿੱਚ ਕੰਮ ਮਿਲੇਗਾ, ਕੁਝ ਹੋਰ ਹੋਵੇਗਾ, ਚੰਗੀ ਗੱਲ ਹੈ। ਔਰ ਵੈਸੇ ਵੀ LRT ਦੀ ਐਕਸਪੈਂਸ਼ਨ ਹੋਣੀ, ਸਿਟੀ ਦੀ ਡਿਵੈਲਪਮੈਂਟ ਹੋਣੀ, ਇਹ ਸਾਰਾ ਕੁਝ ਚੰਗਾ ਹੈ। ਲੇਕਿਨ ਕਈ ਵਾਰ ਮੈਨੂੰ ਇੰਝ ਲੱਗਦਾ ਕਿ ਜਿਹੜਾ ਦੌਰ ਚੱਲ ਰਿਹਾ ਨਾ ਦੁਨੀਆ ਦੇ ਵਿੱਚ ਹੀ, ਹੁਣ ਤੁਸੀਂ ਗੱਲ ਕੀਤੀ ਹੈ ਕਿ ਨਾਲ ਉਹਨਾਂ ਨੇ ਜਿਹੜਾ ਇੱਕ ਜਿਹੜਾ ਰੀਜ਼ਨਿੰਗ ਦਿੱਤੀ ਹੈ ਕਿ ਇੰਨੇ ਲੱਖ ਟਨ ਜਿਹੜੀ ਹੈ ਉਹ ਕਾਰਬਨ ਕਲਾਈਮੇਟ ਚੇਂਜ, ਜਿਹੜਾ ਕਲਾਈਮੇਟ, ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਕਲਾਈਮੇਟ ਦਾ ਏਜੰਡਾ ਜਿਹੜਾ ਹੈ ਉਸ ਨੂੰ ਅੱਗੇ ਰੱਖਿਆ ਜਾ ਰਿਹਾ ਹੈ। ਇਹਦੇ ਵਿੱਚ ਕਿੰਨੀ ਸੱਚਾਈ ਹੈ, ਕਿੰਨਾ ਇਹਦੇ ਵਿੱਚ ਜਿਹੜਾ ਲੋਕਾਂ ਨੂੰ ਕੋਈ ਵੱਖਰੀ ਗੱਲ ਪਲੋਸੀ ਜਾ ਰਹੀ ਹੈ, ਇਹ ਦੱਸਣਾ ਮੇਰੇ ਖਿਆਲ ਸਾਡੇ ਵਰਗੇ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੈ। ਲੇਕਿਨ ਇਸ ਤੋਂ ਪਹਿਲਾਂ ਇੱਕ ਖਬਰ ਆਈ ਸੀ ਕਿ ਐਡਮਿੰਟਨ ਤੇ ਕੈਲਗਰੀ ਦੇ ਵਿੱਚ ਇੱਕ ਰੇਲ ਲਾਈਨ ਦੀ ਗੱਲ ਕੀਤੀ ਜਾ ਰਹੀ ਜੀ।
ਕੁਝ ਹੋਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਹਾਈਪਰਲੂਪ ਦੀ ਵੀ ਗੱਲ ਕੀਤੀ ਜਾ ਰਹੀ ਸੀ। ਕੋਈ ਬੜਾ ਹੀ ਅਜੇ ਪ੍ਰੀਲਿਮਿਨਰੀ ਸਟੇਜ ਦੇ ਪਰ ਇਹ ਗੱਲਬਾਤ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਜੀ। ਇਹ ਤਕਰੀਬਨ 20 ਸਾਲ ਤੋਂ ਗੱਲ ਚੱਲਦੀ ਹੈ। 20 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਚੱਲੀ ਸੀ। ਖੈਰ ਉਦੋਂ ਦਿਨ ਵੱਖਰੇ ਸਨ, ਉਦੋਂ ਅਲਬਰਟਾ ਦੇ ਕੋਲ ਸਰਪਲਸ ਮਨੀ ਸੀਗਾ, ਸ਼ਾਇਦ ਉਦੋਂ ਬਣ ਵੀ ਜਾਂਦੀ। ਲੇਕਿਨ ਹੁਣ ਇਹ ਜਿਹੜੀਆਂ ਗੱਲਾਂ ਨੇ ਇਹ ਚੰਗੀਆਂ ਨੇ। ਇਹ ਠੀਕ ਹੈ ਕਿ ਅਗਰ ਅਸੀਂ ਕਹਿੰਦੇ ਹਾਂ ਕਿ ਜੀ ਸੈਂਚੀ ਪਾਰਕ ਤੋਂ LSD ਰੋਡ ਤੱਕ ਕੈਪੀਟਲ ਲਾਈਨ ਆਏਗੀ, ਚੰਗੀ ਗੱਲ ਹੈ। ਲੇਕਿਨ ਗੱਲ ਇਹ ਹੈ ਕਿ ਇਸ ਦਾ ਮਨਸ਼ਾ ਜਿਹੜਾ, ਫਿਰ ਮੈਂ ਮਨਸ਼ੇ ਦੀ ਗੱਲ ਤੇ ਬਾਰ-ਬਾਰ ਵਾਪਸ ਆ ਰਿਹਾ ਕਿ ਸਰਕਾਰਾਂ ਦੇ ਮਨਸ਼ੇ ਜਿਹੜੇ ਨੇ ਉਹ ਸਹੀ ਹੋਣੇ ਚਾਹੀਦੇ। ਨੀਤ ਤੇ ਨੀਤੀਆਂ ਹਾਂਜੀ, ਉਹ ਮੈਚ ਕਰਨੀਆਂ ਚਾਹੀਦੀਆਂ ਨੇ। ਬਿਲਕੁਲ ਜੀ। ਤੇ ਆਸ ਕਰਦੇ ਹਾਂ ਜੀ ਵਾਕਈ ਜਿੱਦਾਂ ਵੀ ਟਰਾਂਸਪੋਰਟੇਸ਼ਨ ਦੇ ਲਈ ਕੋਈ ਵਧੀਆ ਡਿਸੀਜਨ ਲੈਂਦੀ ਆ, ਬਿਲਕੁਲ ਚਾਹੇ ਉਹ ਸਿਟੀ ਗਵਰਨਮੈਂਟ ਲੈ ਰਹੀ ਆ, ਫੈਡਰਲ ਪ੍ਰੋਵਿੰਸ਼ੀਅਲ ਲੈ ਰਹੀ ਆ, ਕਨੈਕਟੀਵਿਟੀ ਤਾਂ ਡੈਫੀਨੇਟਲੀ ਬਣਦੀ ਆ। ਬਿਲਕੁਲ। ਔਰ ਟਰਾਂਸਪੋਰਟੇਸ਼ਨ ਜਿਹੜੀ ਅਫੋਰਡੇਬਲ ਵੀ ਹੁੰਦੀ ਆ, ਕਨਵੀਨੀਅੰਸ ਹੁੰਦੀ ਆ ਲੋਕਾਂ ਦੇ ਲਈ, ਇਹ ਚੰਗੀਆਂ ਚੀਜ਼ਾਂ ਨੇ। ਕਿਉਂਕਿ ਬਹੁਤ ਕੁਝ ਹੈ ਜੀ। ਦੇਖੋ ਹੁਣ ਮੇਰੀ ਗੱਲ ਸੁਣੋ, ਲਾਕਡਾਊਨ ਦੇ ਵਿੱਚ ਇੱਕ ਹੋਰ ਨਵਾਂ ਆਸਪੈਕਟ ਸਾਹਮਣੇ ਆਇਆ। ਬਹੁਤ ਸਾਰੀਆਂ ਕੰਪਨੀਆਂ ਜਿਨ੍ਹਾਂ ਦੇ ਡਾਊਨਟਾਊਨ ਦੇ ਵਿੱਚ ਆਫਿਸਿਸ ਸਨ ਜੀ, ਉਹ ਉਹਨਾਂ ਨੂੰ ਇੰਜ ਲੱਗਿਆ ਕਿ ਵਰਕ ਫਰੋਮ ਹੋਮ ਜਿਹੜਾ ਹੈ ਇਹ ਇੱਕ ਪੈਸੇ ਬਚਾਉਣ ਦਾ ਤਰੀਕਾ ਹੈ। ਔਰ ਕੁਝ ਲੋਕ ਵੀ ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਨੇ ਕਿ ਘਰ ਤੋਂ ਬਹਿ ਕੇ ਵਧੀਆ ਕੰਮ ਹੋ ਰਿਹਾ। ਕੀ ਇਹ ਵਾਕਿਆ ਹੀ ਵਾਇਬਲ ਹੈ? ਕੀ ਇਹਦੀ ਵਾਕਿਆ ਹੀ ਲੋੜ ਹੈ? ਇਹ ਸਾਰੀਆਂ ਗੱਲਾਂ ਜਿਹੜੀਆਂ ਨਾ, ਇਹ ਸਰਕਾਰਾਂ ਨੂੰ ਜਿਹੜੀਆਂ ਇਹਨਾਂ ਦੀ ਵੈਲਿਊਏਸ਼ਨ ਹੋਣੀ ਚਾਹੀਦੀ ਹੈ, ਨਾ ਸਿਰਫ ਇੱਕ ਏਜੰਡਾ ਕਿ ਅਸੀਂ ਕਾਰਬਨ ਫੁੱਟਪ੍ਰਿੰਟ ਘਟਾਉਣਾ ਹੈ। ਸੋ ਮੈਂ ਇਸ ਗੱਲ ਨੂੰ ਥੋੜ੍ਹਾ ਜਿਹਾ ਮਤਲਬ ਕਹਿੰਦਾ ਕਿ ਇਹਦੀ ਰੀਜ਼ਨਿੰਗ ਪ੍ਰੋਪਰ ਹੋਣੀ ਚਾਹੀਦੀ, ਇਹਦੀ ਜਿਹੜੀ ਯੂਟਿਲਿਟੀ ਆ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਕਿ ਵਾਕਈ ਸਾਨੂੰ ਇਸੇ ਚੀਜ਼ ਦੀ ਲੋੜ ਹੈ ਕਿ ਇਸ ਤੋਂ ਬਿਨਾਂ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋ ਸਕਦੀ। ਵਾਕਈ ਜੀ ਮੈਨੂੰ ਲੱਗਦਾ ਵੀ ਸਾਰੀਆਂ ਗੱਲਾਂ ਬਾਤਾਂ ਆਉਣ ਵਾਲੇ ਕੁਝ ਕੁ ਮਹੀਨਿਆਂ ਦੇ ਵਿੱਚ ਕਲੀਅਰ ਹੋ ਜਾਣਗੀਆਂ। ਬਿਲਕੁਲ ਜੀ। ਤੇ ਤਦ ਤੱਕ ਆਪਾਂ ਦਰਸ਼ਕਾਂ ਦੇ ਕੋਲੋਂ ਲੈ ਲਈਏ ਜੀ ਇਜਾਜ਼ਤ। ਸਮਾਂ ਹੋ ਚੁੱਕਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਹੈ ਭਾਜੀ ਤੁਹਾਡਾ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਤੁਹਾਨੂੰ ਹਾਕ ਲਾਵਾਂਗੇ ਔਰ ਕੁਝ ਹੋਰ ਜਿਹੜੇ ਚੱਲੰਤ ਮੁੱਦੇ ਨੇ ਉਹਨਾਂ ਉੱਪਰ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ। ਸੋ ਇਹ ਸਨ ਜੀ ਸਰਦਾਰ ਗੁਰਿੰਦਰ ਸਿੰਘ ਜੀ, ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੀ ਟੀਮ ਦੇ ਅਹਿਮ ਮੈਂਬਰ ਹਨ। ਔਰ ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਪਰ ਤੁਹਾਡੇ ਨਾਲ ਸਾਂਝ ਪਾਈਏ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ। ਤਦ ਤੱਕ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਤੇ ਮੈਨੂੰ ਇੱਥੇ ਦਿਓ ਇਜਾਜ਼ਤ ਜੀ। ਧੰਨਵਾਦ।